ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਅਧਿਆਇ 52। ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਨੀ। ਦੋਹਰਾ ਕਰ ਕਾਗਜ ਨੇ ਹਿਰਦੇ ਕੋ ਮਹਿਸੂਸ ਮਤ ਬਣਾਏ, ਸ਼੍ਰੀ ਸਤਿਗੁਰ ਕੋ ਜਸ ਲਿਖੈ ਤਵੇਂ ਪਰਮਗਤ ਪਾਏ। ਮਨ ਨੂੰ ਸੰਬੋਧਨ ਕਰ ਕਹਿੰਦੇ, ਜੇ ਤੂੰ ਆਪਣੇ ਮਨ ਦਾ ਕਾਗਜ਼ ਬਣਾ ਲੈ, ਜਿਹੜੀ ਪਵਿੱਤਰ ਬੁੱਧੀ ਨੂੰ ਸਿਆਹੀ ਬਣਾ ਲਾ, ਤੇ ਇਹਦੇ ਨਾਲ ਇਹ ਮਨ ਰੂਪੀ ਕਾਗਜ਼ ਤੇ ਸਤਿਗੁਰ ਸੱਚੇ ਪਾਤਸ਼ਾਹ ਦਾ ਸ਼੍ਰੀ ਜੋ ਸ਼੍ਰੋਮਣੀ ਸਤਿਗੁਰੂ ਜਸ ਲਿਖ ਲੈ। ਫੇਰ ਤੂੰ ਜਿਹੜੀ ਮਹਾਨ ਪਰਮਗਤੀ ਕੇਵਲ ਮੋਕਸ਼ ਨੂੰ ਪਾ ਲਵੇਂਗਾ। ਚੌਪਈ। ਸ਼੍ਰੀ ਗੁਰੂ ਨਾਨਕ ਕਿਰਪਾ ਨਿਧਾਨਾ। ਸ਼੍ਰੀ ਗੁਰੂ ਜੀ ਕਿਰਪਾ ਦੇ ਖਜ਼ਾਨੇ ਹਨ, ਇਹ ਉਪਦੇਸ਼ ਹੋ ਤਤ ਗਿਆਨ। ਇਸ ਤਰ੍ਹਾਂ ਤਤ ਵਸਤੂ ਆਤਮਾ ਦੇ ਗਿਆਨ ਦਾ ਉਪਦੇਸ਼ ਬਖਸ਼ਿਸ਼ ਕੀਤਾ। ਕੇਤਕ ਬਹੁਰ ਬਤਾਇਓ ਕਾਲਾ, ਫਿਰ ਕਾਫੀ ਸਮਾਂ ਬਤੀਤ ਕੀਤਾ। ਸੇਵੈ ਲੈਣਾ ਭਾਉ ਬਸਾਲਾ। ਭਾਈ ਲੈਣਾ ਜੀ ਬੜੇ ਭਾਉ ਪਿਆਰ ਨਾਲ ਸੇਵਾ ਕਰਦੇ ਸਨ। ਜਿਉਂ ਤਰ ਸ਼ਾਖ ਨਿਵੇ ਫਲ ਪਾਈ, ਜਿਵੇਂ ਦਰਖਤ ਨੂੰ ਫਲ ਲੱਗ ਜਾਂਦਾ, ਉਹਦੀਆਂ ਸ਼ਾਖਾਂ ਟਾਹਣੀਆਂ ਨੀਚੇ ਹੋ ਜਿਨੇ ਨਿਭ ਜਾਂਦੀਆਂ ਹਨ, ਤੈਸੀ ਗਤ ਲੈਣੇ ਠਹਿਰਾਈ। ਇਸ ਤਰ੍ਹਾਂ ਭਾਈ ਲੈਣਾ ਜੀ ਦੀ ਜਿਹੜੀ ਗਤ ਸੀ, ਇਸ ਤਰ੍ਹਾਂ ਦੀ ਹਾਲਤ ਬਣ ਗਈ ਕਿ ਭਾਵ ਉਹਨਾਂ 'ਚ ਬੜੀ ਭਾਰੀ ਨਿਮਰਤਾ ਆ ਗਈ। ਦੇਖ ਨਿਮਰਤਾ ਪਰਮ ਘਨੇਰੀ। ਉਹਨਾਂ ਦੀ ਮਹਾਨ ਘਣੀ ਨਿਮਰਤਾ ਦੇਖ ਕੇ ਦਿਨ ਪਰ ਕਿਰਪਾ ਸੁਆਏ ਵਧੇਰੀ। ਹਰ ਰੋਜ਼ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਵੱਧ ਗਈ, ਬਹੁਤ ਕਿਰਪਾ ਹੋਣ ਲੱਗ ਗਈ। ਹਜ਼ਾਰ ਜਨਮ ਲੱਛਣ ਪਹਿਚਾਨਾ। ਇਹ ਜਾਣ ਲਿਆ ਵੀ ਹਜ਼ਾਰ ਵਸਤੂ ਨੂੰ ਜਾਣ, ਜਿਹੜੇ ਹਜ਼ਾਰ ਵਸਤੂ ਨੂੰ ਜਰ ਸਕਦੇ ਆ, ਐਸੇ ਲੱਛਣ ਪਹਿਚਾਣੇ। ਆਦਿਕ ਪ੍ਰਸੀਤੇ ਸ਼੍ਰੀ ਗਦਾਨਾ। ਸਤਿਗੁਰੂ ਜੀ ਬਹੁਤ ਪ੍ਰਸੰਨ ਹੋ ਗਏ। ਇਸ ਵਿਦ ਕੋ ਰੁਖ ਜੋ ਗੁਰ ਕੇਰਾ। ਇਸ ਤਰ੍ਹਾਂ ਦਾ ਗੁਰੂ ਮਹਾਰਾਜ ਦਾ ਜਿਹੜਾ ਰੁਖ ਸੀ, ਪੱਖ ਦੇਖ ਕੇ ਦਿਨ ਪਰ ਬਦਾ ਸਰਵ ਨੇ ਹੇਰਾ। ਦਿਨ ਰੋਜ਼ ਵੱਧ ਰਿਹਾ, ਸਾਰਿਆਂ ਨੇ ਦੇਖਿਆ। ਮਿਲਿਆ ਪਰਸਪਰ ਕਹਿ ਬਣਾਈ। ਆਪਸ ਮਿਲ ਕੇ ਇਸ ਤਰ੍ਹਾਂ ਬਚਨ ਬਣਾ ਕੇ ਕਹਿੰਦੇ ਹਨ, ਸ਼੍ਰੀ ਲੈਣੇ ਪਰ ਕਿਰਪਾ ਸੁਆਈ। ਭਾਈ ਲੈਣਾ ਜੀ ਤੇ ਮਹਾਨ ਕਿਰਪਾ ਹੋ ਰਹੀ ਹੈ। ਅਨੁਮਾਨਾਂ ਤੇ ਪਰੇ ਲਿਖਾਈ। ਅਨੁਮਾਨੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਉਸ ਤੋਂ ਪਰੇ ਜਾਣੀ ਜਾਂਦੀ ਹੈ। ਆਪਣੋ ਤਖਤ ਦੇਹ ਤਿਸ ਤਾਈਂ। ਬਸ ਅਨੁਮਾਨ ਲਾ ਰਹੇ ਵੀ ਇਹਨਾਂ ਨੂੰ ਆਪਣਾ ਤਖਤ ਗੱਦੀ ਦੇਣਗੇ। ਸ਼੍ਰੀ ਚੰਦ ਸੁਤ ਲਖਮੀ ਦਾਸਨ। ਸ਼੍ਰੀ ਚੰਦ ਪੁੱਤਰ ਤੇ ਲਖਮੀ ਦਾਸ, ਇਹਨਾਂ ਦੇ ਕਛ ਨ ਪਰਵਾਸ। ਇਹ ਭਰੋਸਾ ਨਹੀਂ ਵੀ ਇਹਨਾਂ ਨੂੰ ਗੱਦੀ ਦੇਣਗੇ। ਇਸ ਪ੍ਰਕਾਰ ਸ਼ੋਹਰਤ ਪਈ ਸਾਰੇ। ਇਸ ਤਰ੍ਹਾਂ ਸਾਰੇ ਬੜੀ ਮਸ਼ਹੂਰੀ ਹੋ ਗਈ। ਬੈਠੇ ਆਪੇ ਬੀਚ ਉਚਾਰੇ। ਆਪਸ ਵਿੱਚ ਜਿਲੇ ਬਹਿੰਦੇ ਸੰਗੀ ਗੱਲਾਂ ਕਰਦੇ ਹਨ। ਸਿੱਖੀ ਪਰਖੀ ਜਵੈ ਕਿਰਪਾਲਾ। ਜਦੋਂ ਕਿਰਪਾਲੂ ਨੇ ਸਿੱਖੀ ਦੀ ਪਰਖ ਕੀਤੀ, ਨਿਸ਼ਚਲ ਰਿਓ ਸਰਵ ਹੀ ਕਾਲਾ। ਭਾਈ ਲੈਣਾ ਜੀ ਹਰ ਸਮੇਂ ਅਡੋਲ ਰਹੇ। ਜਾਂ ਤੇ ਦੇਣ ਨਿਆਏ ਹੈ ਤਾਂ ਹੀ ਕਹਿੰਦੇ ਨਿਆ ਵੀ ਇਹਦੇ 'ਚ ਗੱਦੀ ਇਹਨਾਂ ਨੂੰ ਦੇਣੀ ਬਣਦੀ ਹੈ। ਅਚਰਜ ਕਿਛ ਨਾ ਲਖੋ ਮਨ ਮਾਹੀ। ਮਨ 'ਚ ਐਸਾ ਨਾ ਜਾਣੀ, ਕੋਈ ਅਚਰਜ ਗੱਲ ਨਹੀਂ ਹੈ। ਸੁਣੀ ਸੁਲੱਖਣੀ ਸੋਧਿਆ ਸਕਾਨਾ। ਮਾਤਾ ਸੁਲੱਖਣੀ ਜਦੋਂ ਆਪਣੇ ਕੰਨਾਂ ਨਾਲ ਐਸੀ ਖਬਰ ਸੁਣੀ, ਹਿਰਦੇ ਉਪਜੋ ਖੂਬ ਮਹਾਨਾ। ਮਨ 'ਚ ਬੜਾ ਖੂਬ ਦੁੱਖ ਪੈਦਾ ਹੋਇਆ। ਚਿੰਤਾ ਤਰ ਹੋਏ ਤੂਰਨ ਆਈ। ਚਿੰਤਾ ਨਾ ਦੁਖੀ ਹੋ ਕੇ ਛੇਤੀ ਆਈ। ਤੂਰਨ ਛੇਤੀ। ਜਾਂ ਧਰਮਸਾਲ ਉਤੇ ਜਗ ਸਾਈ। ਜਿੱਥੇ ਜਗ ਦੇ ਮਾਲ ਧਰਮਸ਼ਾਲਾ 'ਚ ਬਰਾਜੇ ਸੀ। ਦਵੈ ਸੁਤ ਬੈਠੇ ਤਾਂ ਸਮੀਪਾ। ਦੋਨੋਂ ਸਪੁੱਤਰ ਕੋਲ ਬੈਠੇ ਸੀ। ਸੇਵੇਂ ਪਦ ਤੇਹਣ ਕੁਲ ਦੀਪਾ। ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਭਾਈ ਲੈਣਾ ਜੀ ਆਪਣੇ ਉਸ ਵੇਲੇ ਸੇਵਾ ਕਰ ਰਹੇ ਸੀ। ਚਰਨਾਂ ਦੀ ਤਰੇਣ ਕੁਲ ਦੇ ਜਿਹੜੇ ਦੀਪਕ ਹਨ, ਔਰ ਸਿੱਖ ਕੇਤਕ ਨਿਜ ਕਾਨੇ। ਹੋਰ ਸਿੱਖ ਵੀ ਜਿਹੜੇ ਸੀ ਉਹ ਮਹਾਰਾਜ ਦੇ ਕੋਲ ਬੈਠੇ ਸੀ। ਤੈਂ ਚਲੇ ਆਈ ਮਨ ਮਰ ਜਾਨੇ। ਤੇ ਜਿਸ ਵੇਲੇ ਹੋਰ ਸਿੱਖ ਜਿਹੜੇ ਕੋਲ ਬੈਠੇ ਸੀ, ਆਈ ਹੈ ਮਾਤਾ ਸੁਲੱਖਣੀ, ਤੇ ਉਹਦਾ ਮਨ ਜਿਹੜਾ ਸੀ ਉਸ ਵੇਲੇ ਮਰਝਾਇਆ ਹੋਇਆ ਸੀ। ਇਸ ਤਰ੍ਹਾਂ ਦੀ ਜਿਹੜੀ ਹਾਲਤ ਉਸ ਵੇਲੇ ਬਣੀ ਹੋਈ ਸੀ। ਤੇ ਉਸ ਵੇਲੇ ਆਪਣੇ ਨਿਜ ਕਾਨੇ
ਭਾਵ ਆਪਣੇ ਕੰਨੀ ਸੁਣ ਕੇ, ਹਾਂਜੀ, ਕਈ ਸਿੱਖਾਂ ਤੋਂ, ਹਾਂਜੀ, ਤੇ ਕਈ ਆਪਣੇ ਹਾਂਜੀ ਆਪਣੇ ਕੰਨੀ ਹੋਰ ਸਿੱਖ ਵੀ ਤੇ ਕਈ ਹੋਰ ਵੀ ਆਪਣੇ ਕੰਨਾਂ ਨਾਲ ਸੁਣ ਕੇ ਉੱਥੇ ਆਏ ਆ, ਹਾਂਜੀ। ਔਰ ਸਿੱਖ ਕੇ ਤੇ ਕਿੰਨੇ ਜਕਾਨੇ ਜਿਹਨੇ ਆਪਣੇ ਕੰਨਾਂ ਨਾਲ ਸੁਣਿਆ, ਹੋਰ ਵੀ ਕਈ ਆਏ ਆ। ਤੈਂ ਚੱਲ ਆਈ ਮਨ ਮੁਰਝਾਨੇ, ਮਾਤਾ ਜੀ ਉੱਥੇ ਆ ਗਈ, ਮਨ ਮੁਰਝਾਇਆ ਸੀ। ਬੈਠ ਸਮੀਪ ਕਹੀ ਅਸਬਾਣੀ, ਕੋਲ ਬਹਿ ਕੇ ਇਸ ਤਰ੍ਹਾਂ ਬਾਣੀ ਕਹੀ, ਸੁਣ ਸ਼੍ਰੀ ਚੰਦ ਪਿਤਾ ਗੁਣ ਖਾਨੀ। ਇਹ ਗੁਣਾਂ ਦੀ ਖਾਨ ਸ਼੍ਰੀ ਚੰਦ ਦੇ ਸਤਿਕਾਰਯੋਗ ਪਿਤਾ ਜੀ, ਕਿਉਂ ਵਿਪਰੀਤ ਆਪ ਮਨ ਠਾਨੀ। ਤੁਸੀਂ ਆਪਣੇ ਮਨ 'ਚ ਉਲਟੀ ਗੱਲ ਕਿਉਂ ਧਾਰੀ ਹੈ। ਕਰੋ ਰੀਤ ਜਗ ਪਰਮ ਸੁਹਾਨੀ। ਜਿਹੜੀ ਸੰਸਾਰ ਦੇ ਉੱਤੇ ਰੀਤੀ ਚੰਗੀ, ਸੰਸਾਰ ਨੂੰ ਸ਼ੋਭਦੀ, ਉਹ ਕਰਨੀ ਚਾਹੀਦੀ ਹੈ। ਸਾਰੇ ਆਪਣੇ ਪੁੱਤਰਾਂ ਨੂੰ ਦਿੰਦੇ ਹਨ। ਸਭ ਦੇ ਲਾਇਕ ਤਾਤ ਤੁਮਾਰੇ। ਸਾਰੇ ਹੀ ਢੰਗਾਂ ਨਾਲ ਤੁਹਾਡੇ ਤਾਤ ਪੁੱਤਰ ਲਾਇਕ ਹਨ। ਪ੍ਰੀਤ ਨਾ ਕਰੋ ਤਿਨੋਂ ਸੰਗਾਰੇ। ਤੁਸੀਂ ਉਹਨਾਂ ਨਾਲ ਪਿਆਰ ਨਹੀਂ ਕਰਦੇ। ਜਗ ਮੈਂ ਤਿੰਨ ਤੇ ਬੰਸ ਵਧੇਰਾ। ਇਹਨਾਂ ਤੋਂ ਸੰਸਾਰ ਤੇ ਤੁਹਾਡਾ ਬੰਸ ਵਧੇਗਾ। ਸੋ ਜਸ ਹੋਏ ਸਭ ਵੇਖ ਹਨੇਰਾ। ਤੇ ਜਿਹੜੀ ਕੁੱਲ ਗਾਹਾਂ ਚੱਲਦੀ ਆ, ਤੁਹਾਡਾ ਬੜਾ ਜਸ ਹੋਏਗਾ। ਰਹੇ ਨਾਮ ਜਨ ਤੇ ਬਖਿਆਤੀ। ਕਿਉਂਕਿ ਪੁੱਤਰਾਂ ਦੇ ਨਾਲ ਹੀ ਸੰਸਾਰ ਤੇ ਨਾਂ ਪ੍ਰਗਟ ਹੁੰਦਾ ਹੈ। ਅਮਕੇ ਕੀ ਕੁੱਲ ਜਗਤ ਸੁਹਾਤੀ, ਕਿ ਫਲਾਣੇ ਦੀ ਕੁੱਲ ਸੰਸਾਰ 'ਚ ਸ਼ੋਭ ਰਹੀ ਹੈ। ਆਸ ਗੁਣਕਾਰ ਸੁਤਨ ਕੋ ਤਿਆਗਾ। ਐਸੇ ਜਿਹੜੇ ਗੁਣਕਾਰੀ ਸੀ ਪੁੱਤਰ, ਉਹਨਾਂ ਨੂੰ ਤਿਆਗ ਕੇ ਕਰੋ ਦਾਸ ਪਰ ਬਹੁ ਅਨੁਰਾਗਾ। ਦਾਸ ਤੇ ਬਹੁਤ ਪਿਆਰ ਕਰਦੇ ਹੋ। ਦੋਰਾ ਬਹੁਰ ਕਲਾ ਨਿਜ ਵਸਤ ਜੋ ਦਈ ਚੈਤ ਹੋ ਤਾਹੇ। ਤਾਤਨ ਤੇ ਅਧਿਕਾਏ ਕਰ ਬੈਠਾਰਿਓ ਜਗ ਮਾਹੇ। ਆਪ ਜੀ ਆਪਣੀ ਜਿਹੜੀ ਵਸਤੂ ਭਾਵ ਸ਼ਕਤੀ ਕਰਾਮਾਤ ਹੈ, ਉਹਨਾਂ ਨੂੰ ਦੇਣੀ ਚਾਹੁੰਦੇ। ਇਸ ਤਰ੍ਹਾਂ ਇੱਕ ਸੇਵਕ ਨੂੰ ਪੁੱਤਾਂ ਤੋਂ ਵੱਡਾ ਕਰਕੇ ਸੰਸਾਰ ਤੇ ਪੂਜਾ ਯੋਗ ਕਰਕੇ ਬਹਾਓਗੇ। ਚੌਪਈ ਅਵਤਾਰ ਆਦਿਕ ਪਏ ਅਗਾਰੀ। ਅੱਗੇ ਵੀ ਜਿੰਨੇ ਅਵਤਾਰ ਆਦਿਕ ਹੋਏ ਕਿ ਇਹਨਾਂ ਨੇ ਕਾ ਐਸੀ ਮਤ ਧਾਰੀ। ਕਿਸੇ ਨੇ ਵੀ ਐਸੀ ਬੁੱਧੀ ਨਹੀਂ ਧਾਰੀ ਕਦੇ। ਹੋਤ ਸੁਤਨ ਕੇ ਦਾਸ ਵਧਾਵਾ। ਇਹ ਪੁੱਤਰਾਂ ਨਾਲੋਂ ਇਸ ਤਰ੍ਹਾਂ ਦਾਸ ਵੱਡਾ ਹੋ ਜਾਏਗਾ। ਨਿਜ ਸਥਾਨੇ ਤਾਏ ਬਿਠਾਵਾ। ਜਦੋਂ ਆਪਣੀ ਗੱਦੀ ਤੇ ਉਹਨੂੰ ਤੁਸੀਂ ਬਹਾਓਗੇ, ਬਾਤ ਨਾ ਨਿੱਕੀ ਲਿਓ ਵਿਚਾਰੀ। ਇਹ ਗੱਲ ਚੰਗੀ ਨਹੀਂ, ਵਿਚਾਰ ਲਓ। ਜੋ ਹਿਰਦੇ ਹੋ ਚਾਹੇ ਤੁਮਾਰੀ। ਜਿਹੜੀ ਤੁਹਾਡੇ ਹਿਰਦੇ 'ਚ ਐਸੀ ਚਾਹ ਇੱਛਾ ਹੈ। ਸੰਤਤ ਚਿਤ ਮੈਂ ਤਪ ਹੈ ਨੀਤੀ। ਤੁਹਾਡੀ ਜਿਹੜੀ ਔਲਾਦ ਹੈ ਆਪਣੇ ਮਨ 'ਚ ਹਮੇਸ਼ਾ ਤਪਦੀ ਰਹੇਗੀ। ਸੁਖ ਨੇ ਪਾਵੇ ਪਿਖ ਹੈ ਅਨੀਤੀ। ਇਹ ਅਨੀਤੀ ਉਲਟਾ ਕਰ ਦੇਖ ਕੇ ਕਦੀ ਸੁਖ ਨਹੀਂ ਪਾਉਣਗੇ। ਭਗਤ ਅਸਲ ਸੁਣ ਕੇ ਸੁਬਾਨੀ। ਭਗਤਾਂ ਦੇ ਪਿਆਰੇ ਗੁਰੂ ਜੀ ਨੇ ਐਸੀ ਬਾਣੀ ਸੁਣ ਕੇ ਕਿਤੇ ਕਾਲ ਲਓ ਤੂੰ ਛੰਠਾਨੀ। ਪਹਿਲਾਂ ਤਾਂ ਖਮੋਸ਼ ਰਿਹਾ ਕੋਈ ਸਮਾਂ। ਤੇ ਛਨ ਲੈ ਮੂਖਕ ਮੰਝਾਰੀ। ਉਸ ਵੇਲੇ ਇੱਕ ਬਿੱਲੀ ਜਿਹੜੀ ਸੀ ਨਾ ਮੰਝਾਰੀ, ਉਹ ਮੂਖਕ ਮੂੰਹ ਦੇ ਵਿੱਚ ਚੂਹੀ ਨੂੰ ਲੈ ਕੇ ਜਾ ਰਹੀ ਸੀ। ਮੂਖਕ ਚੂਹੀ ਅਰਧ ਚਰਬ ਕਰ ਗੇਰਾ ਅਗਾਰੀ। ਅੱਧੀ ਕੁ ਚੱਬ ਕੇ ਮਹਾਰਾਜ ਜਿੱਥੇ ਬੈਠੇ ਸੀ ਉਹ ਨੇੜੇ ਸਿੜ ਦਿੱਤੀ। ਸਿੱਖਣ ਡਰਾਈ ਪੈ ਕਰ ਭਾਗੀ। ਉਹ ਜਾਂਦੀ ਸੀ ਜ਼ਿਲ੍ਹੇ ਲਈ, ਸਿੱਖਣ ਡਰਾਈ ਤੋਂ ਚੂਹੀ ਜੀ ਛੱਡ ਕੇ ਤੇ ਭਾਗ ਗਈ, ਦੌੜ ਗਈ। ਮੂਖਕ ਪਰੀ ਰਹੀ ਤੈਂ ਆ ਗਈ। ਉਹ ਜਿਹੜੀ ਚੂਹੀ ਸੀ ਉੱਥੇ ਅੱਗੇ ਪਈ ਰਹੀ। ਕਿਰਪਾ ਨਿਧਾਨ ਜਬ ਹੈ ਚੱਖ ਦੇਖੀ। ਕਿਰਪਾ ਦੇ ਖਜ਼ਾਨੇ ਨੇ ਜਦੋਂ ਨੇਤਰਾਂ ਨੇ ਦੇਖਿਆ। ਕਰਨ ਸੁਲੱਖਣੀ ਨਿਸ਼ਾ ਬਸ਼ੇਖੀ। ਵਿਸ਼ੇਸ਼ ਤੌਰ ਤੇ ਮਾਤਾ ਸੁਲੱਖਣੀ ਦੀ ਤਸੱਲੀ ਕਰਨ ਵਾਸਤੇ ਨਿਸ਼ਾ ਤਸੱਲੀ। ਸ੍ਰੀ ਚੰਦ ਸੋ ਗਿਰਾ ਲਾਈ। ਬਾਬੇ ਸ੍ਰੀ ਚੰਦ ਨੂੰ ਬਾਣੀ ਕਹੀ, ਮੂਖਕ ਪਰੀ ਨਾ ਪਾਲੇ ਥਾਈ। ਔਰ ਚੂਹੀ ਮਰੀ ਪਈ ਹੈ ਇੱਥੇ, ਚੰਗੀ ਨਹੀਂ ਹੈ। ਨਿਜ ਕਰ ਸੰਗੋ ਚਾਹੇ ਲੈ ਜਾਵੋ। ਆਪਣੇ ਹੱਥ ਨੇ ਨੂੰ ਚੁੱਕ ਕੇ ਇੱਥੋਂ ਲੈ ਜਾਓ। ਬਾਹਰ ਦਰ ਗੇਰੋ ਪੁਨਿਆਵੋ। ਬਾਹਰ ਦੂਰ ਇਹਨੂੰ ਦਰਵਾਜ਼ੇ ਤੋਂ ਗੇਰਿਓ, ਫਿਰ ਆ ਜਾਓ। ਸ੍ਰੀ ਚੰਦ ਸੁਣ ਕੇ ਬਿਆਨ ਲਾਏ। ਸ੍ਰੀ ਚੰਦ ਸੁਣ ਕੇ ਭਜਨ ਗਾਏ। ਦੇਖੇ ਮੈਂ ਇਸ਼ਟੀ ਬਹੁਤ ਥਾਏ। ਕਹਿੰਦੇ ਮੈਂ ਤਾਂ ਇਸ ਤਰ੍ਹਾਂ ਬਹੁਤ ਇਸ਼ਟੀ, ਬਹੁਤ ਜਗ੍ਹਾ ਮਦਾਰੀ ਦੇਖੇ ਹੈ। ਖਾਲਨ ਕੀ ਮੰਜਾਰ ਬਣਾਵਤ। ਹਾਂਜੀ, ਉਹ ਫਿਰ ਹਾਂਜੀ ਖਾਲਨ ਕੀ ਮੰਜਾਰ, ਹਾਂਜੀ ਖੱਲਾਂ ਦੀ ਬਿੱਲੀ ਬਣਾ ਦਿੰਦੇ ਆ। ਪੰਖ ਕਬੂਤਰ ਕਰੇੜਾ ਤੇ ਖੰਭਾਂ ਦੇ ਕਬੂਤਰ ਬਣਾ ਕੇ ਉਡਾ ਉਡੂ ਦਿੰਦੇ ਹਨ। ਕਰੋ ਰੀਤ ਕਛ ਤੈਨੇ ਸਮਨ। ਤੁਸੀਂ ਵੀ ਉਹਨਾਂ ਵਾਂਗ ਰੀਤੀ ਕਰ ਰਹੇ ਆ। ਟੜੋ ਕਵਟ ਤੁਮ ਮੈਂ ਮਨ ਜਾਨਾ। ਤੁਸੀਂ ਆਪਣੇ ਮਨ 'ਚ ਕਿਸ ਤਰ੍ਹਾਂ ਦਾ ਛਲ ਧਾਰਿਆ ਹੈ। ਸ਼ੂਕਰ ਕੂਕਰ ਨੇ ਸੰਗ ਲਾਏ। ਪਹਿਲਾਂ ਤੁਸੀਂ ਚੰਗੀ ਤਰ੍ਹਾਂ ਕੁੱਤੇ ਕੁੱਤੀਆਂ ਨਾਲ ਲਾ ਲੈ। ਬਹਿਰ ਫਿਰੇ ਸ਼ਬ ਕੋ ਦਿਖਰਾਏ। ਫਿਰ ਵਾਹ ਫਿਰਦੇ ਰਹੇ। ਉੱਥੇ ਇੱਕ ਮੁਰਦਾ ਦਿਖਾਲਤਾ ਕਰਕੇ ਦਿਓ ਤੇ ਹਾਵਲ ਸੋਈ। ਫਿਰ ਮੁੜ ਕੇ ਉਹਨੂੰ ਕੜਾਹ ਪ੍ਰਸ਼ਾਦ ਬਣਾਤਾ। ਕੋ ਐਸੇ ਛਲ ਬੌਰੋ ਹੋਈ।
ਇਹ ਵੀ ਕੋਈ ਇਹੋ ਜਿਹਾ ਛਲ ਹੋਏਗਾ ਦੁਬਾਰਾ। ਮੁਝ ਬਲੋਕਨੇ ਚਾਹੇ ਨਾ ਕੋਈ, ਮੈਨੂੰ ਇਹ ਜਿਹਾ ਛਲ ਦੇਖਣ ਦੀ ਕੋਈ ਲੋੜ ਨਹੀਂ। ਹੋਣਾ ਚਾਹੋ ਮ੍ਰਿਤਕ ਜੋਈ, ਇਹ ਮਰੀਓ ਚੂਹੀ ਮੈਂ ਨਹੀਂ ਚੁਕਾਂਗਾ। ਅਸ ਕਹਿ ਤੂਸ਼ਨ ਮੁਕਤੇ ਠਾਨੀ, ਇਸ ਤਰ੍ਹਾਂ ਕਹਿ ਕੇ ਮੁਖ ਤੋਂ ਖਮੋਸ਼ ਹੋ ਗਿਆ। ਦੁਤੀਆ ਤਾਂ ਸੋ ਕਹਿ ਗੁਰਬਾਣੀ, ਦੂਜੇ ਪੁੱਤਰ ਲਖਮੀ ਦਾਸ ਜੀ ਨੂੰ ਗੁਰੂ ਨੇ ਬਾਣੀ ਕਹੀ। ਲਖਮੀ ਦਾਸ ਸੁਣੋ ਸੋ ਉਠਾਵੋ। ਇਹ ਲਖਮੀ ਦਾਸ ਜੀ ਤੁਸੀਂ ਸੁਣਦੇ ਆ, ਇਹ ਚੂਹੀ ਚੁੱਕੋ, ਨਿਕਟਨ ਨਿੱਕੇ ਬੈਰ ਬਗਾਵੋ। ਇੱਥੇ ਨੇੜੇ ਨਹੀਂ ਠੀਕ ਹੈ, ਬਾਹਰ ਇਹਨੂੰ ਬਗਾ ਦਿਓ, ਸੁੱਟ ਦਿਓ। ਤਬ ਬੋਲਿਓ ਸੋ ਸੁਣੀਏ ਤਾਤਾ, ਉਹ ਵੀ ਸੁਣਿਆ ਹੈ ਪਿਤਾ ਹੀ ਸੁਣੀਏ। ਹਮ ਕੋ ਉਚਿਤ ਨ ਐਸੀ ਬਾਤਾਂ, ਸਾਨੂੰ ਐਸੀ ਗੱਲ ਠੀਕ ਨਹੀਂ ਹੈ, ਯੋਗ ਨਹੀਂ। ਮ੍ਰਿਤਕ ਮੂਖ ਕੀ ਹਾਥ ਨ ਲਾਵੋ, ਮਰੀਏ ਚੂਹੀ ਨੂੰ ਮੈਂ ਹੱਥ ਨਹੀਂ ਲਾਵਾਂਗਾ। ਕਹੋ ਤਾਂ ਔਰ ਕੰਪਾਸ ਪਹੁੰਚਾਵੋ, ਜੇ ਕਹੋ ਤੇ ਹੋਰ ਤੋਂ ਚੁਕਾ ਦਿੰਦਾ ਹਾਂ। ਅਸ ਕਹਿ ਤੂਸ਼ਨ ਮਾਨ ਬਛੇਖਾ। ਇਸ ਤਰ੍ਹਾਂ ਬਹੁਤੇ ਮਾਨ ਦੇ ਵਿੱਚ ਚੁੱਪ ਹੋ ਰਿਹਾ। ਤਬ ਲੈਣੇ ਦੇ ਸ੍ਰੀ ਗੁਰੂ ਦੇਖਾ, ਫਿਰ ਸ੍ਰੀ ਗੁਰੂ ਨੇ ਭਾਈ ਲਹਿਣਾ ਜੀ ਵੱਲ ਦੇਖਿਆ। ਉਠੋ ਤੁਸੀਂ ਕਰਤਾਰ ਪਿਆਰੇ, ਇਹ ਕਰਤਾਰ ਦੇ ਪਿਆਰੇ ਉਠੋ। ਮੂਖ ਚਾਹੇ ਬੈਰ ਦਿਓ ਡਾਰੇ, ਆ ਚੂਹੀ ਚੁੱਕੋ, ਇਹਨੂੰ ਬਾਹਰ ਸੁੱਟ ਦਿਓ। ਮੁਖ ਚਾਹੇ, ਮੁਖ ਮੈਂ ਚੂਹੀ ਨੂੰ ਚਾਹੇ ਮੈਨੇ ਉਹ ਚਾਵੋ, ਚੁੱਕੋ। ਆ ਦੋ ਵਚਨ ਸੁਣ ਤਤਕਾਲਾ, ਹਾਲੇ ਮਾਰੇ ਕਹਿੰਦੇ ਅੱਧਾ ਹੀ ਵਚਨ ਕਿਹਾ ਸੀ। ਉਠਿਓ ਉਠਾਈ ਤੁਰ 2 ਸਾਲ ਉੱਠੇ ਛੇਤੀ, ਔਰ ਬੜੀ ਜਲਦੀ ਇਹਨਾਂ ਨੂੰ ਉਠਾ ਲਿਆ ਹੈ। ਕੇਤਕ ਦੂਰ ਜਾਏ ਸੋ ਡਾਰੀ, ਕਿੰਨੀ ਦੂਰ ਜਾ ਕੇ ਸੁੱਟ ਦਿੱਤੀ। ਤੇ ਸ੍ਰੀ ਗੁਰੂ ਕੇ ਰਾਹ ਚਾਰੀ, ਉਸ ਵੇਲੇ ਪਾਤਸ਼ਾਹ ਨੇ ਬਾਣੀ ਕਹੀ। ਮੂਲੇ ਸੁਤਾ ਪੇਖੋ ਮਨ ਗੁਨੀਏ, ਹੇ ਮੂਲ ਚਾਂਦੀ ਪੁੱਤਰੀ, ਹਾਂਜੀ ਚੋਣੀ ਭਾਵ ਸੁਲੱਖਣੀ, ਇਹ ਮਨ ਸੁਣ ਲਾ ਤੇ ਵਿਚਾਰ ਲੈ। ਗੁਨੀਏ ਨੇ ਵਿਚਾਰ ਲੈ। ਇਹ ਨਿਜ ਸੁਤ ਸੋ ਪਰ ਸੁਤ ਜਨੀਏ, ਤੂੰ ਆਪਣੇ ਮਨ ਚ ਵਿਚਾਰ ਆਪਣੇ ਪੁੱਤਰਾਂ ਨੂੰ, ਹਾਂਜੀ ਔਰ ਪਰਾਏ ਪੁੱਤਰ ਜਾਣੋ। ਮਾਨੇ ਕਹੋ ਨ ਬਚਨ ਕਦਾਈ, ਇਹ ਨਹੀਂ ਕਹਿੰਦੀ ਸਾਜ ਕਦੀ ਸਾਡਾ ਬਚਨ ਨਹੀਂ ਮੰਨਦੇ। ਸੋ ਆਏ ਸੰਸਾਰ ਸਦਾਈ, ਇਹ ਜਿਹਨੂੰ ਪਰਾਇਆ ਕਹਿੰਦੇ ਆ, ਇਹ ਸਦਾ ਸਾਡੀ ਆਗਿਆ ਵਿੱਚ ਰਹਿੰਦਾ ਹੈ। ਆਪਣੇ ਪੁੱਤਰਾਂ ਨੂੰ ਪਰਾਏ ਪੁੱਤਰਾਂ ਵਾਂਗ ਜਾਣ। ਇਹ ਜਿਹੜਾ ਆਗਿਆ 'ਚ ਰਹਿੰਦਾ, ਇਹ ਤਾਂ ਆਗਿਆ ਨਹੀਂ ਮੰਨਦੇ ਕਦੀ ਵੀ, ਪਰ ਲੈਣਾ ਸਦਾ ਆਗਿਆ ਵਿੱਚ ਰਹਿੰਦਾ ਹੈ। ਦੋਹਰਾ ਨ ਕੇ ਸੂਤੇ ਕਾ ਪ੍ਰੇਖ ਹੈ, ਸਭ ਕਰਤਾਰ ਅਧੀਨ, ਜਿਸ ਪਰ ਕਰਨਾ ਦ੍ਰਿਸ਼ਟ ਹੈ ਤਿਨੇ ਵਸਤੇ ਲੀਨ। ਕਹਿਣ ਲੱਗੇ ਇਹ ਸੁਲੱਖਣੀ, ਕਿਸੇ ਦੇ ਹੱਥ ਵਿੱਚ ਕੁਝ ਨਹੀਂ, ਸਭ ਕੋਈ ਮਾਲਕ ਦੇ ਹੱਥ 'ਚ ਹੈ। ਜਿੱਥੇ ਉਹਦੀ ਮਿਹਰ ਹੁੰਦੀ ਹੈ ਉਹ ਇਹ ਵਸਤੂ ਪ੍ਰਾਪਤ ਕਰਦਾ ਹੈ। ਕਿਉਂਕਿ ਹੁਕਮ ਮੰਨਣਾ ਬਹੁਤ ਔਖਾ। ਹੁਣ ਆਪਣਾ ਗੰਦ ਰੋਜ਼ ਧੋਂਦਾ ਹੀ ਆ ਬੰਦਾ, ਉਦੋਂ ਕਹਿੰਦਾ ਮੈਂ ਨਹੀਂ ਧੋਣਾ। ਇਹ ਗ੍ਰਸਤੀ ਹੈ, ਬੱਚੇ ਬੱਚੀਆਂ ਦਾ ਗੰਦ ਧੋਂਦੇ ਨਹੀਂ, ਸਭ ਕੁਝ ਕਰਦੇ। ਹੁਣ ਡੰਗਰਾਂ ਦੇ ਵਿੱਚ ਹੈ, ਪਸ਼ੂਆਂ ਦਾ ਗੋਹਾ ਗਾਹ ਸਾਰਾ ਕੁਝ ਕਰਦੇ ਹੀ ਆ। ਪਰ ਦੇਖ ਲਓ ਹੁਕਮ ਮੰਨਣਾ ਬਹੁਤ ਔਖਾ। ਹੁਣ ਉਵੇਂ ਚੂਹੀ ਹੋਵੇ ਤਾਂ ਕਿਹੜਾ ਨਹੀਂ ਸਿੱਟਦਾ, ਸਿੱਟਦੇ ਹੀ ਆ। ਗੱਲ ਹੁਕਮ ਦੀ ਹੈ, ਹੁਕਮ 'ਚ ਬਹੁਤ ਔਖਾ। ਇਹ ਪੜ੍ਹਾਈ ਗੁਰੂ ਨਾਨਕ ਸਾਹਿਬ ਦੇ ਘਰ 'ਚ ਹੁਕਮ ਦੀ ਹੈ, ਗੱਲਾਂ ਦੀ ਨਹੀਂ ਹੈ। ਚੌਪਈ ਜਿਸ ਧਰ ਨੀਵੇਂ ਹੋਏ ਨਿਵਾਨਾ, ਪਾਤਸ਼ਾਹ ਕਹਿੰਦੇ ਜਿਹੜੀ ਧਰਤੀ ਦਾ ਨੀਵਾਂ ਪਾਸਾ ਹੁੰਦਾ ਹੈ, ਤੈਂ ਜਲ ਜਾਵੇ ਟਿਕੇ ਮਹਨ, ਉੱਥੇ ਜਾਂਦਾ, ਉੱਥੇ ਜਾ ਕੇ ਉਹ ਪਾਣੀ ਟਿਕ ਜਾਂਦਾ ਹੈ। ਟਿੱਬਾ ਜਾਂ ਚੇਰਾ ਹੋਈ, ਜਿੱਥੇ ਉੱਚਾ ਟਿੱਬਾ ਹੋਵੇ, ਤੈਂ ਜਲ ਬੂੰਦ ਟਿਕੇ ਨਾ ਕੋਈ, ਉੱਥੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਠਹਿਰਦੀ ਹੈ। ਸੁਣ ਕੇ ਵਚਨ ਦੇਖਨੇ ਜਨੈਨਾ, ਸੁਣ ਕੇ ਵਚਨ ਦੇਖਿਆ, ਕਹਿੰਦੇ ਦੇਖ ਲਿਆ ਆਪਣੀਆਂ ਅੱਖਾਂ ਨਾ, ਗਈ ਸਲਖਣੀ ਉੱਠ ਨਿਜ ਐਨਾ। ਹੁਣ ਜਿਹੜੇ ਮਾਤਾ ਨੇ ਦੇਖਿਆ ਵੀ ਗੱਲ ਤਾਂ ਹੁਣ ਹੈਗੀ ਤਾਂ ਠੀਕ ਹੀ ਆ, ਉੱਠ ਕੇ ਫਿਰ ਆਪਣੇ ਐਨ ਘਰ ਚਲੇ ਗਏ। ਕਿਤੇ ਦੇਖੋ ਜਾ ਬਿਤੇ ਬੋਰੀ, ਫਿਰ ਕੁਝ ਦਿਨ ਫਿਰ ਹੋਰ ਬੀਤ ਗਏ। ਪਰਖਣ ਕੀ ਠਾਨੀ ਵਿਦਿਓਰੀ, ਪਰਖਣ ਦੀ ਮਾਰਨ ਹੋਰ ਵਿਧੀ ਘਟ ਲਈ। ਭਵ ਅੰਬਜ ਤਾਰਨ ਗੁਰ ਪੋਤਾ, ਸੰਸਾਰ ਸਾਗਰ ਨੂੰ ਤਾਰਨ ਲਈ। ਹਾਂਜੀ ਇਹ ਜਿਹੜੇ ਜਹਾਜ਼ ਰੂਪ ਪੋਤ ਮੈਨੇ ਜਹਾਜ਼ ਰੂਪ ਸਤਿਗੁਰੂ ਜੀ ਹੈ। ਅੰਬਜ ਭਵ ਅੰਬਜ ਮੈਨੇ ਸੰਸਾਰ ਸਾਗਰ, ਜਾਮ ਅਨੇਕ ਭਾਉ ਨਹੀਂ ਸੋਤਾ। ਆਪਣੀ ਮੌਜ ਵਿੱਚ ਇੱਕ ਹਾਂਜੀ ਭਾਉ ਪਿਆਰ 'ਚ ਸੁੱਤੇ ਹੋਏ ਸੀ। ਉਬੇ ਤਾਤ ਤੇ ਕਾਲ ਸਮੀਪਾਂ, ਉਸ ਵੇਲੇ ਦੋਨੋਂ ਸਪੁੱਤਰ ਉਹਨਾਂ ਦੇ ਕੋਲ ਸੀ। ਉਬੇ ਮੈਨੇ ਦੋਨੋਂ, ਤਾਤ ਮੈਨੇ ਪੁੱਤਰ। ਸ਼੍ਰੀ ਸਸ ਪ੍ਰਾਤ ਤਵ ਨਿਕਟ ਬੁਲੇਪਾਂ, ਉਸੇ ਵੇਲੇ ਸ਼੍ਰੀ ਚੰਦ ਨੂੰ ਕੋਲ ਬੁਲਾ ਲਿਆ। ਤਾਤ ਸੰਬਿਆਨ ਧੋਣ ਸਰ ਜਾਈਏ। ਪਾਤਸ਼ਾਹ ਕਹਿਣ ਲੱਗੇ ਪੁੱਤਰਾ, ਅਸਵਿਆਨ ਜਿਹੜੀਆਂ ਸਾਡੇ ਚਾਦਰੇ ਆ ਜਿਹਦੀ ਗਲਤੀ ਮਾਰਦੇ ਸੀ, ਇਹ ਜਾ ਕੇ ਸਰੋਵਰ ਤੇ ਜਾਂ ਨਦੀ ਧੋ ਲਿਆ। ਸੋਖਤਕਾਰ ਤੂਰਨ ਟਿਕ ਲਿਆਈਏ, ਸੁਕਾ ਕੇ ਛੇਤੀ ਹੀ ਮੇਰੇ ਪਾਸ ਲੈ ਆਓ। ਤਾਤ ਕਹਿਦਾ ਹਮ ਸ਼ਰਮਦ ਕਰਨ ਤੇ। ਪੁੱਤਰ ਕਹਿਣ ਲੱਗੇ ਮਹਾਰਾਜ ਤੁਹਾਨੂੰ ਤਾਂ ਨੀਂਦ ਆਉਣੀ ਨਹੀਂ ਹੈ, ਅਸੀਂ ਤਾਂ ਥੱਕਿਓ ਰੈਸਟ ਕਰ ਰਹੇ ਹਾਂ, ਆਰਾਮ ਕਰ ਰਹੇ ਹਾਂ। ਕੋਮਲ ਕਰ ਹਮ ਨੇ ਸਾਠਾਂ ਤੇ, ਸਾਡੇ ਹੱਥ ਬੜੇ ਕੋਮਲ ਆ, ਗੁਰੂ ਦੇ ਸਪੁੱਤਰ ਆ,
रात ते ठंड है ठर जाणगे, बासर होया पर धो कर लिया वै, दिन चढ़ेगा हाँ जी नौकर नूं कहांगे धो के सुका के लै आवेगा, हम ते जैकिरत होए ना आवे, सातों ये काम नहीं होना आउंदा है। लग सुत परत जावे कह गुर ऐसे, जदों छोटे पुत्र लक्ष्मी दास नूं कहा हाँ जी परत उतर सो कहते हो कैसे, तो उन भी मोड़ के इस तरह उतर कहता मैं हुण इस वेले अद्धी रात किथे धोवां, जब लैणे पर सतगुर भाखा, जदों लैणे दे ताई सतगुरु जी ने कहा हम चादर पुरखा धो लाखा, कहते साड़ियां जिहड़ी चादरां आ धो के लै आउणा कर, तवे उठियो लैणा बड़ भागा, ते बड़ियां भागां वाला लैणा उठियो, उन्हीं कहा मैनू नींद आई मैं थकिया आ, आधी रात है सर मैं जा पट धोवन लगा, सरोवर ते जाके ओह वस्त्र जिहड़े ही पट धोण लग पिया, बासर अर्ध भान खैन परतू, जिले कहंदे फिर बासर अर्ध खैन परतू, ते की होया कि वो जिस वेले चादर धोण गए उस वेले उस समय हैगी तां रात सी, पर जदों चादर धोण लगे तो उस वेले अद्धा दिन भाव दोपहर हो गई। जड़ा अपने भान सी सूरज सी ना वो आकाश चों खैन आकाश चों परतू हाँ जी ते अपने उधर नूं बदल गया हाँ जी, भाव की सी दोपहर हो गई हाँ जी ते परतू धुप पैण लग पई हाँ जी, ते इधर पोथी च तपतू पाठ भी कराया कि जड़ा भान सूरज सी वो आकाश विच बड़ा तप रहा सी, धुप पैण लगी, वो भी उही गल है। लख लैणे मन अचरज समतू, ते फिर की होया भाई लैणे नूं देख के मन दे विच बहुत फिर हाँ जी अचरज समतू कि भाई लैणे नूं देख के मन च बहुत हैरान होया, क्योंकि हुण लैणे ने देखिया कि गल तां हुक्म है वो रात नूं दिन बना सकदे है, दिन नूं रात बना सकदे है, वो तो अपनी मौज दे मालिक हैगे आ, क्योंकि जो भी वो करना चाहण हाँ जी लख लैणे मन अचरज समतू, ते जिहड़ा लैणा सी वो मन च चार्ज होया ते बड़ा हैरान होया कि बाहर धुप जिहड़ी है पैण लग पई है। इस वास्ते हाँ जी क्योंकि महाराज दे चोज है कि वो दिन नूं रात बना सकदे आ, रात नूं दिन बना सकदे आ, क्योंकि महाराज ते समर्थ है सर्वाग्या, जिहड़ा सर्वाग्या होना देख लो किन्ने दिन बीत गए आ ते हाँ जी परतू दिन जिहड़ा अद्धा भाव दोपहर हो गया है, धुप पैण लग पई, परतू मैंने पैण लग गई हाँ जी, दिन जिहड़ा सी अद्धा हो गया ते धुप जिहड़ी सी पैण लग पई हाँ जी, बासर अर्ध अद्धा दिन हाँ जी, ते फिर जिहड़ा भान सूरज सी हाँ जी, सूरज जिहड़ा सी वो फिर तपण लग पिया हाँ जी, उस वक्त अद्धे दिन दा हाँ जी दोपहर दा सूरज जिहड़ा सी हाँ जी खैन मैंने आकाश दे विच तपदा सी हाँ जी, आकाश दे विच वो तपण लग पिया, ते तपतू पाठ करिए तपण लग पिया, परतू मैंने परत गया हाँ जी बदल गया। इस वास्ते लख लैणे मन अजर समतू, ते जदों लैणे देखिया ते हाँ जी समतू, ते फिर की होया कि उहदे बराबर लैणे दे मन विच बड़ा आश्चर्य हो गया हाँ जी, ते बड़ा आश्चर्य बन गया। आश्चर्य तो हुंदा ही है हाँ जी, क्योंकि जदों कोई इहो जिहा कौतुक हुंदा फिर आश्चर्य होना ही होना कि है तो अद्धी रात सी ते फिर यह भई किवें हो गया हाँ जी, ये घटना किवें घट गई है, क्योंकि जिहड़े समर्थ पुरुष है वो जो भी करना चाहन
ਉਹ ਕਰ ਲੈਂਦੇ ਆ। ਉਹਨਾਂ ਦੇ ਵਿੱਚ ਇਹ ਕਲਾ ਜਿਹੜੀ ਹੈ ਹੁੰਦੀ ਹੈ। ਹਾਂਜੀ, ਲੱਖ ਲੈਣੇ ਮਨ ਅਚਰਜ ਸਮਤ, ਕਿਉਂਕਿ ਲੱਖ ਲੈਣੇ ਨੂੰ ਜਾਣਿਆ, ਮਨ ਦੇ ਵਿੱਚ ਅਚਰਜ ਸਮਤ। ਹਾਂਜੀ, ਬੜੀ ਅਸਚਰਜਤਾ ਦੇ ਸਮਾਨ ਦੇਖਿਆ ਵੀ ਇਹ ਤਾਂ ਬੜੀ ਹੈਰਾਨੀ ਦੀ ਗੱਲ। ਹਾਂਜੀ, ਬਹੁਤ ਅਸਚਰਜ ਹੋਇਆ ਹੈ। ਧੋਏ ਸੁਕਾਏ ਚੈਲ ਲਿਆ ਵਾ, ਧੋ ਕੇ ਸੁਕਾ ਕੇ ਤੇ ਚੈਲ ਜਿਹੜੇ ਵਸਤਰ ਸੀ ਉਹ ਲੈ ਕੇ ਆ ਗਿਆ। ਚੈਲ ਮੈਨ ਵਸਤਰ ਤਾਰ ਸਤਿਗੁਰ ਟਿਗ ਭਾਲਨਵਾ, ਸਤਿਗੁਰਾਂ ਦੇ ਟਿਗ ਕੋਲ ਰੱਖ ਕੇ ਭਾਲ ਮੈਨੇ ਮਸਤਕ ਜਿਹੜਾ ਸੀ ਮਹਾਰਾਜ ਚਰਨਾਂ ਤੇ ਨਵਾਇਆ, ਭਾਵ ਮੱਥਾ ਟੇਕਿਆ। ਜਗਤੇਸ਼ਵਰ ਨਿਜ ਪਾਨ ਉਠਾਇਓ, ਜਗਦੇਸ਼ਰ ਨੇ ਆਪਣੇ ਚਰਨਾਂ ਤੋਂ ਸੀਸ ਉਠਾ ਲਿਆ। ਕਹਿ ਸਮੱਤੇ ਜਗ ਅਪਰ ਨਾ ਜਾਇਓ, ਕਹਿਣ ਲੱਗੇ ਇਹ ਸ੍ਰੇਸ਼ਟ ਬੁੱਧੀ ਵਾਲੇ, ਤੇਰੇ ਵਰਗਾ ਸੰਸਾਰ ਤੇ ਹੋਰ ਨਹੀਂ ਕੋਈ ਜਾਇਓ ਜਨਮਿਆ। ਕਿਤ ਨਿਸਾਥੀ ਪਟ ਤੋਂ ਆਨੇ, ਕਿਤਕ ਨਿਸਾਥੀ, ਨਿਸਾਥੀ ਚਾਹੀਦਾ, ਨਿਸਾਥੀ ਨਹੀਂ ਨਿਸਾਥੀ ਪਟ ਤੋਂ ਆਨੇ। ਕਿੰਨੀ ਰਾਤ ਬੀਤੀ ਸੀ ਤੇ ਤੂੰ ਬਸ ਧੋ ਕੇ ਲੈਂਦੇ, ਤੇਰੀ ਗਾ ਤੂੰ ਜਾਨ ਵਿਖਾਉਣੇ, ਤੁਹਾਡੀ ਗਤੀ ਤੁਸੀਂ ਜਾਣਦੇ ਹੋ। ਭਾਈ ਲੈਣਾ ਕਹਿੰਦੇ ਮਹਾਰਾਜ ਤਾਂ ਤੁਸੀਂ ਜਾਣਦੇ ਆ। ਹਾਂਜੀ, ਤੁਹਾਡੀਆਂ ਤੁਸੀਂ ਜਾਣੋ। ਦੋਹਰਾ ਸਤਿਗੁਰ ਕਹੇ ਜੋ ਵਸਤ ਹੈ ਭਾਗ ਜੇ ਸੇ ਸੋ ਪਾਏ। ਪਾਤਸ਼ਾਹ ਕਹਿੰਦੇ ਜਿਹਦੇ ਭਾਗਾਂ ਹੀ ਵਸਤੂ ਹੁੰਦੀ ਹੈ ਉਹੀ ਪਾਉਂਦਾ ਹੈ। ਬਿਨ ਭਾਗਾਂ ਨਾਲ ਮਿਲਤ ਹੈ ਕੋਟਿ ਜਨ ਕਮਾਏ। ਬਿਨਾਂ ਭਾਗਾਂ ਕੋਈ ਵੀ ਪ੍ਰਾਪਤ ਨਾ ਭਾਵੇਂ ਕਰੋੜਾਂ ਯਤਨ ਕੋਈ ਕਮਾ ਲਵੇ ਕਰ ਲਵੇ। ਅਪਰ ਭੀਖਿਆ ਲੈਣ ਕੀ ਸਤਿਗੁਰ ਕੇ ਮਨ ਚਾਹੇ। ਮਹਾਰਾਜ ਕਹਿੰਦੇ ਹੋਰ ਭੀਖਿਆ ਲੈ ਲਈ, ਐਸੀ ਮਨ ਚ ਇੱਛਾ ਕੀਤੀ। ਇੱਕ ਦਿਨ ਸਿੱਖਣ ਕਰ ਬਲਤ ਉਵੇ ਤਾਤ ਢਿਗਿਆ ਇਹ। ਇੱਕ ਦਿਨ ਕੀ ਸੀ ਨਾ, ਸਿੱਖਣ ਕਰ ਬਲ, ਸਿੱਖਾਂ ਦੇ ਬਲੇਵੇ ਵਿੱਚ ਭਾਵ ਸਿੱਖ ਆਲੇ ਦੁਆਲੇ ਬਹੁਤ ਬੈਠੇ ਸੀ। ਬਲਤ ਮੈਨੇ ਸਿੱਖਾਂ ਦੇ ਘੇਰੇ ਵਿੱਚ ਘਿਰੇ ਸੀ। ਉਵੇ ਤਾਤ ਢਿਗਦਾ ਹੈ, ਉਵੇ ਮੈਨੇ ਦੋਨੋਂ ਤਾਤ ਪੁੱਤਰ ਵੀ ਕੋਲ ਸਕੇ। ਚੌਵੇ ਉਤੇ ਸਲਖਣੀ ਟਿਕਤੇ ਖਾਲਾ। ਉਸ ਵੇਲੇ ਮਾਤਾ ਜੀ ਕੋਲ ਸਕੇ, ਮਾਤਾ ਸੁਲੱਖਣੀ ਜੀ। ਕਹਿਹਾਂ ਬਾਸਨ ਲੀਨ ਕਿਰਪਾਲਾ, ਕਹਿਹੇ ਦਾ ਬਾਸਨ ਬਾਟਾ ਸੀਗਾ, ਕਿਰਪਾਲੂ ਨੂੰ ਲੈ ਲਿਆ ਭਾਂਡਾ। ਜੂਠ ਨੀਰ ਕਰਦਮ ਗੰਭੀਰਾ, ਜਿੱਥੇ ਨੇੜੇ ਜੂਠਾ ਪਾਣੀ ਸੀ ਤੇ ਬੜਾ ਗੰਭੀਰ ਡੂੰਘਾ ਚਿੱਕੜ ਸੀ, ਕਰਦਮ ਚਿੱਕੜ। ਤਿੰਨਵੇਂ ਡਾਰਿਓ ਗੁਣੀ ਕੀ ਹੀਰਾ, ਗੁਣਾ ਦੇ ਸਾਗਰ ਨੇ ਉਹਦੇ ਵਿੱਚ ਉਹ ਸੁੱਟ ਦਿੱਤਾ। ਸ੍ਰੀ ਚੰਦ ਸੋ ਆਇਸ ਪ੍ਰਾਹੀ, ਸ੍ਰੀ ਚੰਦ ਨੂੰ ਆ ਗਿਆ ਪ੍ਰਾਹੀ ਕਹੀ। ਬਾਸਨ ਗਿਰਿਓ ਪਾਂਕੇ ਮਾਹੀ, ਉਹ ਜਿਹੜਾ ਭਾਂਡਾ ਨਾ ਉਹ ਚਿੱਕੜ ਹੀ ਡਿੱਗ ਪਿਆ। ਸੋ ਨਕਾ ਸਾਨੂੰ ਮਮ ਪਾਹੀ, ਉਹ ਕੱਢ ਕੇ ਮੇਰੇ ਕੋਲ ਲਾਇਓ। ਜਲੇ ਪਖਾਰ ਸਵੱਛ ਕਰਤਾ ਹੀ, ਪਾਣੀ ਧੋ ਕੇ ਉਹਨੂੰ ਮਾਂਜ ਕੇ ਮਿੱਟੀ ਨਾਲ ਪਾਣੀ ਧੋ ਕੇ ਸਾਫ਼ ਕਰ ਲਓ। ਦੋਹਰਾ ਸੋ ਸੁਣ ਗਿਆ ਬੋਲਿਓ ਵਚਨ ਗਰਭ ਮੁੱਲੇ ਚੀਰ। ਸੁਣ ਕੇ ਵਚਨ ਬੋਲਿਆ ਮੇਰੇ ਗਲ ਤਾਂ ਬਹੁਤ ਕੀਮਤੀ ਬਸਤਰ ਪਾਏ ਹੋਏ ਆ। ਇਹ ਤੋਂ ਵਾਸਨ ਕੇ ਨਾ ਬਰੋਂ ਮਲਣ ਝੂਠ ਜਹਨੀ, ਭਾਂਡੇ ਦੇ ਵਾਸਤੇ ਮੈਂ ਗੰਦੇ ਇਹ ਛੱਪੜ 'ਚ ਨਹੀਂ ਬੜਾਂਗਾ। ਇਹ ਪਾਣੀ ਤੇ ਝੂਠਾ ਹੈ, ਗੰਦਾ ਹੈ। ਚੌਪਈ ਦਾਸ ਸਿੱਖ ਆ ਗਏ ਬਹੁ ਮੇਰੇ, ਸਾਡੇ ਅੱਗੇ ਕਿੰਨੇ ਚੇਲੇ ਚਾਟਲੇ ਦਾਸ ਸਿੱਖ ਹੈਗੇ ਆ। ਮਨ ਬਚਨ ਕਰ ਹੀ ਦੇਰੇ, ਜਦੋਂ ਕਹਾਂਗੇ ਉਹ ਸਾਡਾ ਹੁਕਮ ਮੰਨਦੇ, ਦੇਰੀ ਨਹੀਂ ਕਰਨਗੇ। ਆਇਸ ਦੋ ਨਿਕਾਸਾਂ ਸੋਈ, ਹਾਂਜੀ ਆਗਿਆ ਕਰੀਏ ਉਹ ਕੱਢ ਕੇ ਲਿਆਉਣਗੇ। ਜੇ ਆਗਿਆ ਕਰਾਂ ਮੈਂ ਕੱਢੋ ਮਹਿਮਾ ਘੱਟ ਹੋਈ, ਤੇ ਜੇ ਮੈਂ ਕੱਢਾਂਗਾ ਮੈਂ ਤੁਹਾਡਾ ਪੁੱਤਰ, ਮੇਰੀ ਮਹਿਮਾ ਘੱਟ ਜਾਏਗੀ। ਇਸ ਪ੍ਰਕਾਰ ਸੁਣ ਕੇ ਜਗਨਾਥਾ, ਇਸ ਤਰ੍ਹਾਂ ਜਗਤ ਦੇ ਨਾਥ ਨੇ ਸੁਣ ਕੇ ਬੋਲੇ ਪੁਨ ਦੂਸਰ ਸੋ ਸਾਥਾ। ਫਿਰ ਦੂਜੇ ਪੁੱਤਰ ਨਾਲ ਵੀ ਬਚਨ ਬੋਲੇ ਵੀ ਤੂੰ ਹੀ ਕੱਢ ਲਿਆ ਬਈ, ਲక్ష్ਮੀ ਦਾ ਨਿਕਾਸ ਹੋ ਜਾਈ। ਇਹ ਲక్ష్ਮੀ ਦਾਸ ਤੂੰ ਜਾ ਕੇ ਕੱਢ ਲਿਆ। ਮਨ ਜੋ ਸੋਚ ਕਰੀਏ ਤੇ ਤਾਂ ਹੀ ਇਹਨੂੰ ਮੰਨ ਕੇ ਸੋਚਿਆ ਕਰਨਾ ਕਰੀਏ। ਸੁਣ ਤੋਂ ਸ਼ਰੋਣ ਤਿੰਨ ਬੈਨ ਵਖਾਨੇ। ਸੁਣ ਕੇ ਉਸਨੇ ਬਚਨ ਕਹੇ ਪਿਤਾ ਜੀ ਤੁਮ ਹੋ ਅਧਿਕ ਸਿਆਣੇ, ਤੁਸੀਂ ਤਾਂ ਬੜੇ ਸਿਆਣੇ ਆ ਪਿਤਾ ਜੀ, ਆਹ ਕੰਮ ਕਿਹੜਾ ਕਰਾਉਣ ਲੱਗੇ ਸਾਤੋਂ। ਮੰਦ ਕੰਮ ਹਮ ਪੈ ਕਰਵਾਵੋ, ਇਹ ਮੰਦਾ ਕੰਮ ਜਿਹੜਾ ਚਿੱਕੜ 'ਚ ਵੜਨਾ ਬਾਟਾ ਕਰਨਾ ਸਾਤੋਂ ਕਰਾ ਰਹੇ ਆ। ਸਭ ਲੋਕਾਂ ਨੇ ਮਹਿਮਾਨ ਘਟਾਵੋ, ਸਾਰੇ ਲੋਕਾਂ 'ਚ ਸਾਡੀ ਇੱਜ਼ਤ ਘਟਾ ਰਹੇ ਆ। ਇਸੇ ਪ੍ਰਕਾਰ ਤੁਮਾਰ ਸੁਭਾਅ, ਤੁਹਾਡਾ ਤਾਂ ਸੁਭਾਅ ਹੁਣ ਇਹੋ ਜਿਹਾ ਬਣ ਗਿਆ। ਕਹੋ ਆਪ ਹਮ ਕਰੇ ਨਾ ਕਹੋ, ਹਾਂਜੀ ਆਪ ਕਹਿੰਦੇ ਆ ਪਰ ਅਸੀਂ ਇਹੋ ਜਿਹੀ ਗੱਲ ਕਦੀ ਨਹੀਂ ਕਰਨੀ ਹੈ। ਤਬ ਲੈਣੇ ਦੇਖ ਕਿਰਪਾ ਨਿਧਾਨਾ, ਫਿਰ ਲੈਣੇ ਵੱਲ ਕਿਰਪਾ ਦੇ ਖਜ਼ਾਨੇ ਨੇ ਦੇਖਿਆ। ਅਬ ਲੋਕ ਵਿਵਾਸ ਵਚਨ ਬਖਾਨਾ, ਦੇਖ ਕੇ ਐਸਾ ਵਚਨ ਕਿਹਾ
ਮਹਾਂ ਪਾ ਕਰਦਾ ਕਹਿ ਮਾਹੀ, ਇਹ ਮਹਾਨ ਭਾਗਾਂ ਵਾਲੇ ਉਹ ਚਿੱਕੜ ਦੇ ਵਿੱਚ ਜਾਏ ਨਿਕਾਸ ਵਸ਼ ਕਰਤਾ ਹੀ। ਉਹਨੂੰ ਜਾ ਕੇ ਕੱਢ ਤੇ ਉਹਨੂੰ ਸਾਫ਼ ਕਰਕੇ ਲਿਆ। ਗਰਵਾ ਮੋਲੇ ਚੀਰ ਸੁਹਾਈ। ਪਰ ਲੈਣਾ ਜੀ ਦੇ ਘਰ ਦੇ ਵਿੱਚ ਬੜੇ ਕੀਮਤੀ ਚੀਰ ਵਸਤਰ ਸ਼ੋਭਾ ਪਾ ਰਹੇ ਸੀ। ਸੋਨੇ ਆਇਸ ਨੇ ਦੇਰ ਲਗਾਈ। ਜਦੋਂ ਪਾਤਸ਼ਾਹ ਦੀ ਆਗਿਆ ਹੋਈ, ਹਾਲੇ ਅੱਧਾ ਬਚਨ ਸੀ, ਉਦੋਂ ਦੌੜ ਪੈ, ਦੇਰੀ ਨਹੀਂ ਲਾਈ। ਕੂਦ ਪਰਿਓ ਕਰਦਾ ਕਿ ਮਾਹੀ, ਬਸ ਕੁੱਦ ਕੇ ਚਿੱਕੜ ਛਾਲ ਮਾਰ ਕੇ ਚਲੇ ਗਿਆ। ਆਏ ਸੰਸਾਰ ਪ੍ਰਣ ਜਾਹੀ। ਔਰ ਕਿਉਂਕਿ ਪਾਤਸ਼ਾਹ ਦਾ ਆਗਿਆ ਪਾਲਣ ਕਰਨਾ ਉਹਨਾਂ ਦਾ ਪਰਨ ਸੀ, ਨਿਯਮ ਸੀ, ਉਹਨਾਂ ਦਾ ਧਰਮ ਸੀ। ਬਾਸਨ ਕੋ ਨਿਕਾਸ ਲਿਆ ਵਾ। ਉਹ ਬਰਤਨ ਨੂੰ ਕੱਢ ਕੇ ਫਟਾਫਟ ਲੈ ਮਾਂਜ ਪਖਾਰਿਓ ਪਰੋ ਬਣਾਵਾ। ਮਾਂਜ ਕੇ ਸਾਫ਼ ਕੀਤਾ, ਪਖਾਰਿਓ ਧੋਤਾ, ਚੰਗਾ ਬਣਾ ਦਿੱਤਾ। ਪੰਕ ਸੰਗ ਪੱਟ ਭੈ ਮਲੀਨਾ। ਕਹਿੰਦੇ ਉਹ ਚਿੱਕੜ ਨਾਲ ਕੱਪੜੇ ਬੜੇ ਮਲੀਨ ਹੋ ਗਏ। ਅੰਗ ਨਾ ਲੱਗਿਓ ਜਾਤ ਨਹਚੀਨਾ। ਹਾਂਜੀ, ਕਹਿੰਦੇ ਐਸੇ ਅੰਗ ਚਿੱਕੜ ਨਾਲ ਲਿਬੜ ਗਏ। ਪਰ ਭਾਈ ਪਾਣ ਲੈਣਾ ਜੀ ਜਿਹੜੇ ਉਹ ਪਛਾਣੇ ਨਹੀਂ ਜਾਂਦੇ। ਉਹਨੇ ਨਹੀਂ ਜਾਣਿਆ ਵੀ ਮੇਰੇ ਲਿਬੜ ਗਏ, ਮੇਰੇ ਐਸੇ ਅੰਗ ਚਿੱਕੜ ਨਾਲ ਲਿਬੜ ਗਏ। ਹਾਂਜੀ, ਤੇ ਲੈਣਾ ਜੀ ਇਹ ਗੱਲ ਨੂੰ ਨਹੀਂ ਪਛਾਣੇ ਜਾਂਦੇ। ਸਰਬ ਲੋਕ ਬੇਸਮਤਾ ਠਾਨੇ। ਸਾਰਨ ਦੇਖ ਕੇ ਬੜੀ ਹੈਰਾਨੀ ਠਾਨੀ। ਕਹੀ ਕੀਤੀ ਧੰਨ ਧੰਨ ਕਹਿ ਕੇ ਦੋਣੇ ਕਈਆਂ ਦੇ ਗਾ ਤਾਨਿਆਂ ਲੈਣਿਆ ਤਾਨਿਆਂ। ਸ਼੍ਰੀ ਸਿੱਖੀ ਤਿੱਖੀ ਅਸ ਹੂੰ ਤੇ ਇਹ ਸਿੱਖੀ ਜਿਹੜੀ ਅਸੀਂ ਕਿਰਪਾਨ ਦੀ ਧਾਰ ਨਾਲੋਂ ਵੀ ਤਿੱਖੀ ਆ। ਧੰਨ ਸੇ ਨਰ ਜੇ ਜਾਏ ਪਹੁੰਚੇ। ਗੁਰ ਸਿੱਖੀ ਤਿੱਖੀ ਅਸੀਂ ਹੂੰ ਤੇ ਜਿਹੜੀ ਗੁਰੂ ਦੀ ਸਿੱਖੀ ਹੈ ਅਸੀਂ ਮੈਨੇ ਕਿਰਪਾਨ ਦੀ ਧਾਰ ਤੇ ਵੀ ਤਿੱਖੀ ਹੈ। ਧੰਨ ਸੇ ਨਰ ਜੇ ਜਾਏ ਪਹੁੰਚੇ। ਉਹ ਪੁਰਸ਼ ਧੰਨਿਆ ਜਿਹੜੇ ਸਿੱਖੀ ਦੀ ਇਸ ਮੰਜ਼ਿਲ ਤੱਕ ਪਹੁੰਚ ਜਾਂਦੇ ਹਨ। ਆਦਿ ਪ੍ਰਸਿੱਧ ਤੇ ਕਿਰਪਾ ਨਿਧਾਨ। ਕਿਰਪਾ ਦੇ ਸਿਆਣੇ ਬਹੁਤ ਖੁਸ਼ ਹੋ ਗਏ। ਮੇਰੇ ਦਿਲ ਸਮਤ ਸੋਵਜ ਨੂੰ ਖਨ। ਬੜੀ ਕੋਮਲ ਸ੍ਰੇਸ਼ਟ ਬੁੱਧੀ ਵਾਲੇ ਨੂੰ ਭਾਈ ਲੈਣੇ ਨੂੰ ਪਾਤਸ਼ਾਹ ਨੇ ਉਹ ਬਚਨ ਕਹੇ ਦੋਹਰਾ। ਕਰ ਜੋਰੇ ਕਰਤਾਰ ਕੋ ਬੰਧਨ ਕਰ ਸਿਰ ਨਿਆਏ। ਕਹਿੰਦੇ ਦੋਵੇਂ ਹੱਥ ਜੋੜ ਕੇ ਕਰਤੇ ਪੁਰਖ ਨੂੰ ਨਮਸਕਾਰ ਕਰੋ ਸਿਰ ਝੁਕਾ ਕੇ। ਤਬ ਸਮਤਾ ਨੇ ਅਪਰ ਮੈਂ ਹੈ ਆਤੋ ਤੰਗ ਪਦ ਪਾਏ। ਤੇਰੇ ਬਰਾਬਰ ਕਿਸੇ 'ਚ ਨਿਮਰਤਾ ਨਹੀਂ, ਨਾ ਕੋਈ ਕਰ ਸਕਦਾ ਜੋ ਤੂੰ ਕਰਮ ਕਰਦਾ ਬਚਨ ਮੰਨਣ ਦਾ। ਤੂੰ ਬਹੁਤ ਉੱਚੀ ਪਦਵੀ ਪਾ ਲਵੇਂਗਾ। ਚੌਪੇ ਸੁਣ ਲੈਣੇਗਾ ਪਦ ਅਰਵਿੰਦਾ। ਇਹ ਗੱਲ ਸੁਣ ਕੇ ਭਾਈ ਲੈਣਾ ਜੀ ਨੇ ਪਾਤਸ਼ਾਹ ਦੇ ਚਰਨ ਕਮਲਾਂ ਨੂੰ ਪਕੜ ਲਿਆ। ਤਰਿਓ ਸੀਸ ਲਹਿਰੇ ਦੇ ਨੰਦਾ। ਚਰਨਾਂ ਤੇ ਸੀਸ ਰਾਸਤਾ ਚਰਨ ਕਮਲਾਂ ਤੇ ਬੜਾ ਆਨੰਦ। ਬਾਹਰੋਂ ਕਿਤੇ ਬਤਾਇਓ ਕਾਲਾ। ਫਿਰ ਬਹੁਤ ਸਮਾਂ ਬਤੀਤ ਕੀਤਾ। ਸੇਵਾ ਸ੍ਰੀ ਗੁਰੂ ਚਰਨ ਰਸਾਲਾ। ਰਸੀਲੇ ਚਰਨਾਂ ਦੀ ਭਾਈ ਲੈਣਾ ਜੀ ਬੜੇ ਪਿਆਰ ਨਾਲ ਸੇਵਾ ਕਰ ਰਹੇ ਹਨ। ਇੱਕ ਦਿਨ ਬੂੜੇ ਕੇ ਮਨੇ ਆਈ। ਇੱਕ ਦਿਨ ਬਾਬੇ ਬੁੱਢੇ ਦੇ ਮਨ 'ਚ ਵੀ ਇਹ ਗੱਲ ਆਈ, ਹੁਣ ਵੀ ਸੇਵ ਕਰੋ ਅਧਿਕਾਈ ਵੀ ਮੈਂ ਵੀ ਬੜੀ ਸੇਵਾ ਕਰਦਾ ਹਾਂ। ਸਦਾ ਰਹੂੰ ਆਏ ਸੰਸਾਰੀ। ਸਦਾ ਮਾਰੀ ਦੀ ਆਇਸ ਆਗਿਆ 'ਚ ਰਹਿੰਦਾ ਹਾਂ, ਅਨੁਸਾਰ ਰਹਿੰਦਾ ਹਾਂ। ਤਦ ਕਿਰਪਾ ਲੈਣੇ ਪਰ ਪਾਈ ਪਾਰੀ। ਫਿਰ ਵੀ ਭਾਈ ਲੈਣੇ ਤੇ ਕਿਰਪਾ ਬਹੁਤ ਭਾਰੀ ਹੋਈ ਹੈ। ਅੰਤਰਜਾਮੀ ਸ੍ਰੀ ਗੁਰੂ ਜਾਨੀ। ਅੰਤਰਜਾਮੀ ਸ੍ਰੀ ਗੁਰੂ ਨੂੰ ਜਾਣ ਲਿਆ ਤੇ ਇਸਕੇ ਪਰਖਣ ਕੀ ਵਿਧ ਠਾਨੀ। ਉਹਦੇ ਪਰਖਣ ਦੀ ਵਿਧੀ ਬਣਾ ਲਈ। ਉਤੇ ਨੇ ਸਾ ਇੱਕ ਇਹ ਦੁਆ ਪਾਸਾ। ਬਸ ਇੱਕ ਰਾਤ ਬੀਤ ਗਈ। ਉਧਰ ਭਾਈ ਬੂੜਾ ਜੀ ਭਾਈ ਲੈਣਾ ਦੋਨੋਂ ਗੁਰੂ ਦੇ ਮਹਾਰਾਜ ਦੇ ਪਾਸ ਸਕੇ। ਬੋਲੇ ਵਚਨ ਤੋਇਆ ਸੁਖ ਰਾਸਾ। ਔਰ ਸੁੱਖਾਂ ਸਰੂਪ ਸਤਿਗੁਰੂ ਜੀ ਨੇ ਫਿਰ ਬਚਨ ਬੋਲੇ ਜਿਹੜੇ ਸੁੱਖਾਂ ਦੀ ਰਾਸੀ ਹੈ। ਬੂੜੇ ਵੈਰ ਨਿਕਸ ਕਹਿ ਦੇ। ਕਹਿੰਦੇ ਬਾਬੇ ਬੁੱਢੇ ਨੂੰ ਇਹ ਬੂੜੇ ਬਾਹਰ ਨਿਕਲ ਕੇ ਦੇਖਣਾ ਕਰੀਏ ਪਿਆਦਕ ਜਾਮਨੀ ਹੈ ਅਭਿਸ਼ੇਕ। ਕਿੰਨੀ ਕੁ ਰਾਤ ਬਾਕੀ ਰਹਿੰਦੀ ਹੈ। ਜੇਤੀ ਰਹੀ ਬਤਾਵੋ ਸੋਈ। ਜਿੰਨੀ ਰਹਿੰਦੀ ਉਹਨਾਂ ਮੈਨੂੰ ਦੱਸਣਾ ਕਰੋ। ਕਾਲ ਇਸ਼ਨਾਨ ਭੈਓ ਕਿ ਨਾ ਹੋ। ਹਾਂਜੀ, ਇਸ਼ਨਾਨ ਕਰਨ ਦਾ ਸਮਾਂ ਹੋ ਗਿਆ ਕਿ ਨਹੀਂ ਹੋਇਆ। ਦੇਖ ਸੋ ਬੂੜਾ ਦੇਖ ਬਤਾਈ। ਬਾਬਾ ਬੁੱਢਾ ਬਾਹਰ ਨਿਕਲੇ ਦੇਖ ਕੇ ਕਿਹਾ ਹਰ ਦਿਨ ਸਾਬ ਹੈ ਗੱਦਾਈ। ਇਹ ਕਲਿਆਣ ਦਾਤਾ ਅੱਧੀ ਰਾਤ ਹੈ। ਗੁਰੂ ਕਹੇ ਹੋਏ ਤੇ ਅਬ ਨਹੀਂ। ਪਾਤਸ਼ਾਹ ਕਹਿੰਦੇ ਨੇ ਇੰਨੀ ਨਹੀਂ ਹੈ। ਇਹ ਕਹਿ ਜਮ ਨਹੀਂ ਆਹੀ। ਇਹ ਤਾਂ ਇੱਕ ਪੈਰ ਰਾਤ ਬਾਕੀ ਰਹਿ ਰਹੀ ਹੈ। ਭਲੀ ਪ੍ਰਕਾਰ ਬਲੋਕ ਬਹੋਰੀ। ਚੰਗੀ ਰਨ ਦੇਖ ਕੇ ਦੱਸਣਾ ਕਰ। ਦੇਵ ਬਤਾਏ ਕੋਈ ਮਤ ਪੋਰੀ। ਔਰ ਤੈਂ ਜਿਹੜੀ ਭੋਲੀ ਮਤ ਗਵਾ ਲਈ ਹੈ ਖਬਰਦਾਰੀ ਐਨ ਸਾਵਧਾਨ ਹੋ ਕੇ ਦੇਖਣਾ ਕਰੋ। ਤਾਂ ਬੂੜੇ ਪੇਖਣੀ ਕੀ ਪੰਤੀ। ਫੇ ਭਾਈ ਬੂੜੇ ਨੇ ਚੰਗੀ ਤਰ੍ਹਾਂ ਉਹਨੂੰ ਦੇਖਿਆ। ਕਹੋ ਪ੍ਰਭੂ ਜੀ ਅੱਧੀ ਰਾਤ। ਕਹਿੰਦੇ ਮਹਾਰਾਜ ਅੱਧੀ ਰਾਤ ਹੀ ਆ। ਮੈਂ ਜਿਹੜੀ ਗੱਲ ਕਹੀ ਹੈ ਠੀਕ ਹੈ। ਜਾਮਨੇ ਮੈਂ ਦੇਖੀ ਨਹੀਂ। ਮੈਂ ਚੰਗੀ ਤਰ੍ਹਾਂ ਦੇਖਿਆ ਪੈਰ ਨਹੀਂ ਰਹਿੰਦੀ। ਸੁਣ ਬੋਲੇ ਮੇਰੇ ਆਏ ਸਿੱਖਣ ਜੀ ਕੇ। ਸਿੱਖਾਂ ਦੇ ਪਿਆਰੇ ਪਾਤਸ਼ਾਹ ਸਤਿਗੁਰੂ ਜੀ ਬੋਲੇ ਇੱਕ ਜਾਮਨੀ ਹੋਈ। ਰਾਤ ਇੱਕ ਪੈਰ ਹੀ ਰਹਿੰਦੀ ਹੈਗੀ ਆ। ਤੈਨੇ ਪੀਖੀ ਭਲੀ ਵੇਸ ਹੋਈ। ਤੂੰ ਚੰਗੀ ਵਿਧੀ ਨਾਲ ਨਹੀਂ ਦੇਖੀ ਹੈ। ਬੋਰੋ ਬੂੜਾ ਦੇਖ ਆਕਾਸ਼ਾ। ਫੇ ਬਾਬੇ ਬੁੱਢੇ ਨੇ ਆਕਾਸ਼ ਵੱਲ ਦੇਖਿਆ। ਆਦ ਰਾਤ ਤਬ ਹੈ ਸੁਖ ਰਾਸਾ।
कहते सुखां दी राशि अद्धी रात ही है। 3 बार जो बचन है 3 बार महाराज बचन मोड़ते हटाते। श्री गुरु को आशे ने पाए। महाराज जड़ा गंभीर आशा सी उहदे मुताबिक बचन नहीं कहा, ये आशे नूं नहीं पा सके। लैने सो बोले गादाई, कल्याण दाता लैने नूं बोले तू बलोक बहर अब जाई, तू बाहर जाके अबलोक देखना कर किन्नी रात है। जे 3 नेसा देवताई जिनी रात रही उन्हें आके दसना करो। 100 तूरन देर न लाई, छेती बाहर गए देरी नहीं लाई। उडगन को बलोक है बानी, तारियों देख के बचन किया अर्ध निशा अभी गुण खानी। हे गुणा दी खान अद्धी ही रात है। गुरु बोले देखो तुम निके पाछे कहते चंगी तरह देख भाई जाम जाम नहीं है अब ठीक है। हाँ जी जड़ी जाम पैर रात रही यही गल ठीक है, पैर बाकी रही है। गोरा लैने हृदय विचार रही है अद्धी ही रात। भाई लैना मन च विचारे रात अद्धी है। तत्व गुरु सुहाव जो सो न जानो जात। इस करके कहते हैं उन्होंने किहड़े बचनों दे विच गल चंगी लगती है, सुहाव सोहनी लगती है, सो न जानो जात वो नहीं जाना जा सकता। ये गल असीं नहीं समझ सकते हाँ। चौपे यो मन गुण कह बैना लाए, इस तरह मन विचार के वचन कहे मम नैन हुतेल सा। महाराज मेरी अखां नींद गाड़ी सी ते आलस जिहा जो सी नींदरे सके। भूल गए हो मैं आधी रात। महाराज मैं भुल के माफ़ कर दियो, अद्धी रात कह बैठा जाम में की अब सुध जाती। मैं हुण चंगी तरह खबर जानी है, एक पैर ही रात रहिंदी है। जितनी ने सब बताई राउर मैंने आपने जिन्नी रात बताई उन्नी बीत गई है। तितनी बीती मैं ना लख बौर, मैं बौरे ने हाँ जी चंगी तरह नहीं देखी। तितनी बीती उन्नी बीती है जिन्नी तुसी बताई है। इस वास्ते पातशाह असीं कुछ भी नहीं कह सकते। ये तो सारी हाँ जी तुहाडी अपनी ही लीला। अब जितनी राखी सो रही जिन्नी तुसीं राखी रही है सर्व को करता तुसीं, सारे काल दे करन वाले तुसीं हैं। हाँ जी ये तो सारा तुहाडे हत्थ विच ही खेल है। हाँ जी इस वास्ते मैं कहंदे होर नहीं देखी मैं लख बौर मैं होर नहीं देखी जिन्नी तुसीं बतीत की तुसीं बीत गई है। अब जितनी राखी सो रही सर्व काल को करता तुसीं सारे काल समय दे करते हैं। जो मर्जी काल करा सकते हैं, तुहाडे इच्छा के बिना तो कोई हो ही नहीं सकता। इस वास्ते पातशाह साडियां भुलां जिहड़ियां वो बख्श दिओ ते किरपा करके सानू समत दिओ। असीं तुहाडे बचन दे अनुकूल चलीए, तुहाडे बचन दे मुताबिक चलीए। तुहाडे बचन तो बिना कुछ भी हो नहीं सकता है। इस वास्ते तुहाडे बचन तो बिना कोई गल नहीं हुंदी है। सो भई अवज्ञा क्षमा जी महाराज मेरे तो गलती हो गई, भुल हो गई, आप माफ़ कर दिओ। औगण हार सदा बख्शीजे, औगण हारियां सदा बख्श दिओ। मंदमती मैं पेखन निके, मैं माड़ी मत वाले ने चंगी तरह नहीं देखिया। सुनते हैं कि नहीं, इयों सेवक बनना पैंदा। बोले कूर तुमार ने जी के मैं आप जी दे नजीक झूठ बोलिया। सुन के परम प्रसिद्धे दयाला सुन के बहुत ही प्रसन्न हो गया महाराज। पे कमाल है कि इस तरह बचन दा आग्या करी। लगो सर्व दे दास वसाला पे जान लिया जड़ा दास सारियां तो महान। ते बहाना बना लेना फिर सवेरे कथा नाल जाऊँगा हुण सौलमा कि नहीं, कि मन हरामी है ना, वही तो ढेर कोई ना कोई बहाने लाईदा। ताओ कसौटी उतरे पूरा, जिंदे कसवटी का ताल आया ना ते भाई लैना जी पूरे उतरे। 12 बन्नी भैओ सरूरा, ये हुण 12 बन्नी का रूरा मैंने बड़ा सुंदर सोने वांगू शुद्ध हो गया। परखो सेवक सभी भांति पे सारे तरीकों के नाल सेवक नूं चंगी तरह परख लिया। कमती रहना जानी जाती। श्रीमान संत बाबा महेंद्र सिंह जी बाबे मस्त कई वारी इहो जी बयान किरिया करते सी, बड़े बड़े निशर्दक हो जाते सी पर संत नहीं होए। उन्हां दा मन ही भरमिया, बड़े बड़े भरम जाते सी। वास्ते इहो जी खेल खेल दिंदे सी, ये गल होनी नहीं किवें आ, पर बाबा जी नहीं होए फिर किरपा भी लै गए। कमती रहना जानी जाती, परखो सेवक सभी भांति सारी भांत सेवक नूं परखिया। कमती रहना जानी जाती,
ਇਹਦੇ 'ਚ ਹੁਣ ਕੋਈ ਕੰਮ ਤੀ ਕੋਈ ਕਮੀ ਨਹੀਂ ਰਹੀ। ਇਹ ਗੱਲ ਜਾਣੀ ਗਈ ਚੰਗੀ ਤਰ੍ਹਾਂ। ਉਹ 'ਚ ਖਜ਼ਾਨੇ ਪਾਵਨ ਦੇਖਾ। ਹਾਂਜੀ, ਹੁਣ ਕਹਿੰਦੇ ਖਜ਼ਾਨੇ 'ਚ ਪਾਉਣਾ ਯੋਗ ਹੋ ਗਿਆ, ਇਹ ਪਾਉਣ ਦੇ ਕਾਬਲ ਬਣ ਗਿਆ ਹੈ। ਕਰੀ ਕਿਰਪਾ ਪ੍ਰਸੀਦ ਵਿਸ਼ੇਖਾ, ਕਿਰਪਾ ਕੀਤੀ ਬਹੁਤ ਪ੍ਰਸੀਦ ਖੁਸ਼ ਹੋ ਗਿਆ। ਤਾਕਤ ਦੇਣ ਕੀ ਮਨ ਵਿਦਾਨੀ, ਬਾ ਤਾਕਤ ਗਦੀ ਦੇਣ ਦੀ ਮਨ 'ਚ ਆ ਗਈ। ਪਲਟੋ ਵੇਖ ਭਲੇ ਹੋ ਰਠਾਨੀ। ਫਿਰ ਕਹਿੰਦੇ ਹੁਣ ਮੈਂ ਆਪਣਾ ਜਾਮਾ ਬਦਲਾਂ। ਹੁਣ ਅੱਜ ਕੱਲ੍ਹ ਤਾਂ ਡੇਰਿਆਂ 'ਚ ਆ ਤੇ ਜਿਹਦੀ ਡਾਂਗ ਤਕੜੀ ਆ ਉਹ ਕਹਿੰਦਾ ਪੱਗ ਬਣਾ ਲਾ। ਅੱਗੇ ਪ੍ਰੀਖਿਆ ਹੁੰਦੀ ਸੀ, ਜਿਹੜਾ ਪਰਖ 'ਚ ਪੂਰਾ ਉਤਰਦਾ ਸੀ ਉਹ ਸੀ, ਜਾਂ ਕੋਈ ਬੰਦੇ ਜਿਹੜੇ ਚੌਧਰੀ ਉਹਨਾਂ ਨੂੰ ਪੈਸੇ ਟਕੇ ਚੜ੍ਹਾ ਕੇ ਫਿਰ ਚੌਧਰ ਲੈ ਲਓ, ਤੇ ਜਾਂ ਗੁਰਦੁਆਰੇ ਦੀਆਂ ਪ੍ਰਧਾਨੀਆਂ ਹੈਗੀਆਂ। ਇਹ ਚੀਜ਼ਾਂ ਹੋ ਰਿਹਾ। ਪਰ ਸਿੱਖੀ ਜਿਹੜੀ ਹੈ ਬਖਸ਼ਿਸ਼ ਹੈ, ਪਰਖ ਹੋਣੀ ਹੈ, ਇਮਤਿਹਾਨ ਹੋਣਾ। ਜਿਹੜਾ ਇਮਤਿਹਾਨ ਪੂਰਾ ਹੋਵੇ ਬਖਸ਼ਿਸ਼ ਉਹਨੂੰ ਮਿਲਦੀ ਹੈ। ਤਾਕਤ ਦੇਣ ਕੀ ਮਨ ਵਿੱਚ ਠਾਨੀ, ਤਾਕਤ ਦੇਣੀ ਮਨ 'ਚ ਇਹ ਵਿਧੀ ਆ ਗਈ। ਪਲਟੋ ਵੇਖ ਭਲੇ ਉਠਾਨੀ। ਹੁਣ ਆਪਣਾ ਵੇਖ ਪਲਟ ਕੇ ਭਲੀ ਪ੍ਰਕਾਰ ਇਹ ਮਨ ਵਿੱਚ ਠਾਨੀ ਮੈਨੇ ਧਾਰੀ ਹੈ ਕਿ ਹੁਣ ਆਪਾਂ ਜੋਤ ਜਾਮਾ, ਜੋਤ ਇਹਨਾਂ ਦੇ ਰੱਖੀਏ, ਜਾਮਾ ਇਹਨੂੰ ਦੇਈਏ। ਸੁਖ ਸਾਗਰ ਪੂਰਨ ਅਵਨਾਸ਼ੀ, ਸੁੱਖਾਂ ਦੇ ਸਾਗਰ ਪੂਰਨ ਅਵਨਾਸ਼ੀ ਨਾਸਤੁਰ ਹੈ। ਜੋ ਕਾਟ ਸੇਵਕਾਂ ਪਾਸੇ, ਜਿਹੜੇ ਸੇਵਕਾਂ ਦੀਆਂ ਜਮਾਂ ਦੀਆਂ ਫਾਈਆਂ ਕੱਟਦੇ ਆ, ਪਰ ਗੱਲ ਤਾਂ ਇਹ ਸੇਵਕ ਸੇਵਕ ਬਣੇ ਤਾਂ ਹੀ ਹਨ। ਸਵਈਆ ਰੂਪ ਨਾ, ਰੇਖ ਨਾ, ਰੰਗ ਨਾ, ਰਾਗ ਨਾ, ਰੋਗ ਨਾ, ਸੋਗ ਅਕਾਲ ਸਦਾਏ। ਨਾ ਉਹਦਾ ਰੂਪ ਆ, ਨਾ ਸਰੀਰ ਆ, ਕੋਈ ਰੇਖਾ ਚਿੰਨ੍ਹ ਆ, ਨਾ ਰੰਗ ਆ, ਨਾ ਰਾਗ ਆ, ਨਾ ਰੋਗ ਆ, ਨਾ ਸੋਗ ਆ। ਸਦਾ ਉਹ ਕਾਲ ਤੋਂ ਰਹਿਤ ਅਕਾਲ ਹੈ। पूर्ण श्री परमेश्वर जो पुरुषोत्तम पार नहीं के पाए। पूर्ण श्री श्रोमणी परमेश्वर पुरुषां जो परमोत्तम, उन्हां दा किस तरह पार नहीं पाया जाता। पातना जातना मातना तातना प्रातना वेद अनंत अलाए। फिर वो कैसा कि उहदी कोई जात पात नहीं, उहदे कोई मां प्यो नहीं, उहदा कोई भरा नहीं। वेद जिहड़े आ उहनूं कह रहे अनंत आ, बेअंत आ, उहदा अंत नहीं पाया जाता। ऐसा वेद कहंदे आ। भरात मैंने भरा, तात पिता, मात माता और पात पंगति, सो करतार तरा अवतार तरा पै नानक रूप सहाय। वो तो कहते धन करते पुरख ने अवतार धारिया, वो धन गुरु नानक साहिब के रूप च शोभा पा रहे हैं। जंगम जड़ जाहे रचे नर नारन के जे चिन्ह बनाए। जड़ जंगम जिन्ने भी जीव जंतु आ, चलन वाले ना चलन वाले, सारे उन्हें बनाए। स्त्रियां पुरुष ये सारे चिन्ह भी उन्हें बनाए है। जोत स्वरूप अनुपम रूप है भूपन, भूप सो रावण राय। जड़ा जोत स्वरूप उहदा स्वरूप बड़ा अनुपम सुंदर है। राजां दा राजा ते हांजी रावण राय, वो फिर जड़े हैगे आ राजियां दा भी राजा है। भूपन भूप सो रावण राय, राजां दा राजा बड़ियों बड़ा है। ਉਹਦੀ ਮਹਿਮਾ ਜਿਹੜੀ ਬੜੀ ਅਲੌਕਿਕ ਹੈ। ਉਹ ਆਪੇ ਰਾਜਾ ਰੂਪ ਹੈ, ਆਪੇ ਸਭ ਕੁਝ ਹੈ। ਇਸ ਵਾਸਤੇ ਉਹਦੀ ਮਹਿਮਾ ਜਿਹੜੀ ਹੈ ਉਹਦਾ ਕਥਨ ਕਰਨਾ ਬੜਾ ਔਖਾ ਹੈ, ਕਿਉਂਕਿ ਉਹ ਵੱਡਿਓਂ ਵੱਡਾ ਆ ਅਤੇ ਉਸੇ ਨੇ ਇਹ ਸਾਰੀ ਜਿਹੜੀ ਖੇਲ ਹੈ ਇਹ ਬਣਾਈ ਹੋਈ ਹੈ। ਉਹ ਰਾਜਿਆਂ ਦੇ ਰਾਜੇ ਹੈਗੇ ਆ, ਜਿੰਨੇ ਵੀ ਹੈ सारे उहदे बनाए हुए है। भूपन भूप जो रावण राय, रावण रावणे जो गया और राय राजा रूप गया। और बड़े जेड़े राजियां दे भी राजे और जेड़े छोटे है छोटे राजियां दे भी ओह आप ही राजे। रावण राय छोटियां दे भी राय, राजियां दा भी राजा, छोटियां दा भी राजा। हाँ जी, रावण मैंने छोटियां दा भी, हाँ जी, वो रावण जोग सत्कार जोग है। छोटियां दा भी राजा वही आद अनाद अगाध अवाद आराधत साध सदा चित लाए। उदा आद नहीं अनादि है और अगाध बोध है। उदा बोध प्राप्त करना बड़ा कठिन है। अवाद उदा बाद कदी नहीं हुंदा, एक रस रहिंदा। आराधत साध सदा चल, जिहड़े साधु आ चित ला के सदा उहदी आराधना करते हैं। सो गुरु नानक ठान लई मन अंगद देहे मैं जाओ समाए। ये मारने अपने मन च ठान ली धार लई कि धन गुरु अंगद साहिब जी की देह विच जाके समाजमा। श्री परमात्मा व्यापक थापक खापक है पवताप मिटाए।
ਸ਼੍ਰੀ ਪਰਮਾਤਮਾ ਵਿਆਪਕ ਸਰੂਪ ਆ, ਸਾਰਿਆਂ ਨੂੰ ਥਾਪਣ ਵਾਲਾ, ਖਾਪਕ ਖਪਾਉਣੇ ਵਾਲਾ, ਦੁਨੀਆ ਦੇ ਸਾਰੇ ਦੁੰਦ ਦੁੱਖ ਭਵ ਦੇ ਮਿਟਾਉਣ ਵਾਲਾ, ਸੰਸਾਰ ਦੇ ਪਾਪ ਕਲਾਪ ਨਸੇ ਜੇ ਪਾਪ ਜਾਪ ਤੇ ਆਪ ਹੀ ਆਪ ਮਾਪ ਰਹਾਏ। ਫਿਰ ਉਹਦਾ ਜਾਪ ਕਰਨੇ ਨਾ, ਉਹ ਆਪ ਹੀ ਆਪ ਹੈ, ਮਾਪ ਤੋਂ ਰਹਿਤ ਹੈ, ਸਾਰੇ ਸੰਸਾਰ ਮੂਲ ਕਾਰਨ ਹੈ। ਔਰ ਇਸ ਵਾਸਤੇ ਉਹਦਾ ਜਾਪ ਕਰਨੇ ਨਾ, ਹਾਂਜੀ, ਸਾਰਿਆਂ ਦੇ ਦੁਨੀਆ ਦੇ ਦੁੱਖਾਂ ਨੂੰ ਮਿਟਾਉਣ ਵਾਲਾ, ਜਿਹਦੇ ਜਾਪ ਕਰਨ ਸਾਰੇ ਪਾਪ ਨਾਸ ਹੋ ਜਾਂਦੇ। ਆ ਮਾਪ ਮਾਪਣ 'ਚ ਨਹੀਂ ਆਉਂਦਾ ਹੈ। ਪਾਪ ਜਿਹਨੇ ਕਲਾਪ ਕਲਪਨਾ ਕਲਯੁਗ ਦੇ ਜਾਪ ਤੇ ਨਾਸ ਹੋ ਜਾਂਦੇ। ਸ਼੍ਰੀ ਜਾ ਕਾਰਨ ਦੰਭ ਉਦਾਹਰਨ ਦਾਸ ਉਦਾਹਰਨ ਜਾਂ ਬਿਰਦਾਏ, ਸਾਰੇ ਸੰਸਾਰ ਕਾਰਨ ਹੈ। ਦੰਭ ਪਖੰਡ ਨੂੰ ਨਾਸ ਕਰਨ ਵਾਲਾ, ਦਾਸਾਂ ਦਾ ਆਧਾਰ ਕਰਨ ਵਾਲਾ, ਇਹ ਉਹਦਾ ਬਿਰਦ ਹੈ, ਧਰਮ ਹੈ। ਸੋ ਗੁਰੂ ਨਾਨਕ ਜੀ ਠਟੀ ਲੈਣੇ ਤਬ ਬੀਚ ਬਿਰਾਜ ਹੋ ਜਾਏ। ਧੰਨ ਗੁਰੂ ਨਾਨਕ ਸਾਹਿਬ ਮਨ 'ਚ ਠਟੀ ਗੱਲ ਧਾਰ ਲਈ, ਭਾਈ ਲੈਣੇ ਦੇ ਹਿਰਦੇ ਜਾ ਕੇ ਬਿਰਾਜ ਜਾਈਏ। ਦੋਹਰਾ ਕਰ ਇਸ਼ਨਾਨ ਐਰਾਵਤੀ ਗਮਨੇ ਉੱਠ ਪਨਸਾਰ, ਸਵੇਰਾ ਹੋਇਆ ਉੱਠੇ ਤੇ ਐਰਾਵਤੀ ਰਾਵੀ ਵਿੱਚ ਇਸ਼ਨਾਨ ਕਰ ਲਈ, ਚੱਲ ਪਏ। ਸੇਵਾ ਹਿਤ ਲੈਣਾ ਚਲਿਓ ਜਾਂ ਕੋ ਚਰਨ ਆਧਾਰ, ਸੇਵਾ ਲਈ ਭਾਈ ਲੈਣਾ ਹੀ ਨਾਲ ਚਲੇ ਗਏ, ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਹੀ ਆਸਰਾ ਹੈ। ਚੌਪੇ ਜਾਏ ਤਰ ਪਰ ਵਸਤਰ ਉਤਾਰੇ, ਨਦੀ ਦੇ ਕਿਨਾਰੇ ਜਾ ਕੇ ਵਸਤਰ ਉਤਾਰੇ, ਸ਼੍ਰੀ ਗੁਰੂ ਪਰਵਤ ਨਿਰਮ ਜਾਰੇ। ਪਾਤਸ਼ਾਹ ਨਦੀ ਵਿੱਚ ਪ੍ਰਵੇਸ਼ ਕਰ ਗਏ, ਕਰ ਇਸ਼ਨਾਨ ਮੱਧ ਠਾਂਡੇ ਰਹੇ, ਇਸ਼ਨਾਨ ਕਰਕੇ ਵਿੱਚ ਖਲੋਤੇ ਰਹੇ। ਜਿਨ ਬਹੁ ਦਾਸਨ ਕੇ ਦੁੱਖ ਦਏ, ਜਿਨੀ ਬਹੁਤ ਦਾਸਾਂ ਦੇ ਦੁੱਖਾਂ ਦਾ ਨਾਸ ਕੀਤਾ ਹੈ, ਸਾੜੇ ਹਨ ਤੇ ਸ਼ਨ ਲੈਣੇ ਕੀ ਨਿਸ਼ਨਾਨਾ। ਉਸ ਵੇਲੇ ਭਾਈ ਲੈਣਾ ਜੀ ਨੇ ਵੀ ਇਸ਼ਨਾਨ ਕੀਤਾ, ਬੈਠੋ ਤਟ ਪਰ ਲਾਏ ਧਿਆਨ, ਕਿਨਾਰੇ ਤੇ ਧਿਆਨ ਲਾ ਕੇ ਬਹਿ ਗਏ। 10ਵੇਂ ਦੁਆਰੇ ਸਵਾਸ ਟਿਕਾਇਓ, 10ਵੇਂ ਦੁਆਰ ਸਵਾਸ ਟਿਕਾ ਲੈ, ਪ੍ਰੇਮ ਨਵਗਨ ਧਿਆਨ ਰਸ ਆਇਓ। ਪ੍ਰੇਮ 'ਚ ਐਸੇ ਮਸਤ ਹੋ ਗਏ, ਧਿਆਨ ਦਾ ਮਹਾਨ ਰਸ ਆਇਆ, ਮਗਨ ਹੋ ਗਿਆ। ਜੋ ਸਰੂਪ ਸ਼੍ਰੀ ਨਾਨਕ ਸੁੰਦਰ, ਜਿਹੜਾ ਸਤਿਗੁਰੂ ਜੀ ਦਾ ਸੁੰਦਰ ਸਰੂਪ ਸੀ, ਸੋ ਠਹਿਰਾਏ ਹਿਰਦੇ ਕੇ ਅੰਦਰ, ਉਹ ਆਪਣੇ ਹਿਰਦੇ ਵਿੱਚ ਧਾਰ ਲਿਆ, ਗੁਰੂ ਨੂੰ ਹਿਰਦੇ 'ਚ ਬਹਾਲ ਲਿਆ। ਭਇਓ ਬਦੇ ਦੇਹ ਸੁਧ ਨਾਹੀ, ਬਦੇ ਹੋ ਗਿਆ, ਦੇਹ ਦੀ ਖਬਰ ਹੀ ਨਹੀਂ ਰਹੀ। ਸੁਖ ਅਮੋਲ ਪਾਇਓ ਰਮਾਹੀ, ਬੜਾ ਅਮੋਲਕ ਸੁਖ ਹਿਰਦੇ 'ਚ ਪਾ ਲਿਆ। ਨਿਸ਼ਚਲ ਬੈਠਿਓ ਧਿਆਨ ਨਿਮਗਨ, ਧਿਆਨ ਵਿੱਚ ਮਸਤ ਹੋ ਕੇ ਨਿਸ਼ਚਲ ਹੋ ਕੇ ਬਹਿ ਗਏ। ਗੁਰੂ ਸਰੂਪ ਕੀ ਇੱਕ ਲਿਵ ਲਗਨ, ਗੁਰੂ ਸਰੂਪ ਦੇ ਵਿੱਚ ਲਿਵ ਲੱਗੀ ਹੋਈ, ਇੱਕੋ ਇੱਕ, ਇੱਧਰ ਉੱਧਰ ਬਿਰਤੀ ਨਹੀਂ ਜਾਂਦੀ, ਬਸ ਮਹਾਰਾਜ ਦੇ ਸਰੂਪ ਵਿੱਚ ਬਿਰਤੀ ਟਿਕਾਈ ਹੋਈ ਹੈ। ਸ਼੍ਰੀ ਗੁਰੂ ਬੰਦੇ ਪ੍ਰੇਮ ਕੀ ਡੋਰੀ, ਸ਼੍ਰੀ ਗੁਰੂ ਜੀ ਪ੍ਰੇਮ ਦੀ ਡੋਰ ਨਾਲ ਬੱਝੇ ਹੋਏ। ਨਹੀਂ ਤਪ ਕਰਨ ਦੀਨ ਤਪ ਛੋਰੀ, ਆਪਣਾ ਤਪ ਕਰਨਾ ਛੱਡਤਾ। ਤਟ ਪਰ ਆਏ ਦਾਸ ਕੋ ਹੇਰਾ, ਨਦੀ ਕਿਨਾਰੇ ਆ ਕੇ ਦੇਖਿਆ ਦਾਸ ਨੂੰ, ਜੇ ਸੁਧ ਨੇ ਤਨ ਕੀਤੇ ਸਵੇਰਾ, ਕਿ ਉਹਨਾਂ ਨੂੰ ਆਪਣੇ ਸਰੀਰ ਦੀ ਕੋਈ ਖਬਰ ਨਹੀਂ, ਮਸਤ ਬੈਠੇ। ਬਹਿ ਰੂਪ ਨੇ ਪਿਖੇ ਅਨੂਪਾ। ਔਰ ਇਸ ਪ੍ਰਕਾਰ ਕਹਿੰਦੇ ਬਿਰਤੀ ਅੰਤਰਮੁਖ ਹੋ ਗਈ ਹੈ, ਤੇ ਆਪਣੇ ਬਾਹਰ ਦਾ ਜਿਹੜਾ ਸੋਹਣਾ ਸਰੂਪ ਉਹਨੂੰ ਨਹੀਂ ਵੇਖ ਰਿਹਾ, ਅੰਦਰ ਦੇਖ ਰਿਹਾ ਹੈ। ਅੰਤਰ ਧਿਆਨ ਰੂਪ ਅਨਰੂਪਾ, ਅੰਤਰਮੁਖ ਹੋਏ ਹੋਏ ਧਿਆਨ ਦੇ ਰੂਪ ਉਹਦੇ ਅਨੁਸਾਰ ਹੋ ਕੇ, ਭਾਵ ਉਹਦੇ ਵਿੱਚ ਹੀ ਮਸਤ ਹੋਏ ਬੈਠੇ। ਉਹ ਰੂਪ ਦੇ ਵਿੱਚ ਅਨੁਰੂਪ, ਹਾਂਜੀ, ਉਹ ਰੂਪ ਧਿਆਨ ਦੇ ਰੂਪ ਦੇ ਵਿੱਚ ਹੀ ਅਨੁਰੂਪ, ਉਹਦੇ ਅਨੁਕੂਲ ਹੋ ਕੇ ਬੈਠੇ, ਉਸੇ ਸਰੂਪ ਦੇ ਵਿੱਚ ਮਸਤ ਹੋਏ ਬੈਠੇ। ਤੇਸ਼ਨ ਰੂਪ ਧਿਆਨ ਮੈਂ ਜੋ, ਉਸ ਵੇਲੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਰੂਪ ਧਿਆਨ 'ਚ ਲੈਣੇ ਤੇ ਛਪਾਏ ਲਈ, ਸੋ ਉਹ ਅੰਦਰ ਜਿਹੜਾ ਧਿਆਨ ਕਰਦੇ ਸੀ ਛਪਾ ਲਿਆ। ਤਬ ਸੰਪ੍ਰਮ ਹੋਏ ਖੁੱਲੇ ਬਿਲੋਚਨ, ਜਦੋਂ ਫਿਰ ਐਸਾ ਹੋਇਆ ਤੇ ਮਹਾਰਾਜ ਨੂੰ ਧਿਆਨ ਖਿੱਚ ਲਿਆ ਅੰਦਰੋਂ, ਤੇ ਫਿਰ ਉਹ ਸੰਪ੍ਰਮ ਬੜੇ ਵਿਆਕਲ ਜਿਹਾ ਹੋ ਗਿਆ। ਜਿਹੜੇ ਨੇਤਰਾਂ ਨੂੰ ਖੋਲਿਆ, ਦੇਖੇ ਆਗੇ ਸੋਚ ਮੋਚਨ, ਅੱਗੇ ਦੇਖਿਆ ਸੋਚਾਂ ਨੂੰ ਕੱਟਣ ਵਾਲੇ ਪਾਤਸ਼ਾਹ ਖੜੇ ਸੀ। ਜਿਹੜੇ ਅੱਖਾਂ ਖੋਲੀਆਂ, ਖੋਲੇ ਬਲੋਚਨ, ਨੇਤਰ ਖੋਲੇ, ਸੰਪ੍ਰਮ ਉਹ ਜਿਹੜਾ ਐਸਾ ਹੀ ਭ੍ਰਾਂਤੀ ਜੀ ਹੋਈ, ਵੇਖ ਕੀ ਹੋਇਆ। ਹੱਥ ਬੰਦ ਕੇ ਕੀਨ ਪ੍ਰਣਾਮਾ, ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ। ਪਾਤਸ਼ਾਹ ਮੋਹਰੇ ਖੜੇ ਆ, ਲੈ ਨਹੀਂ ਸੰਗ ਚਲੇ ਸੁਖ ਧਾਮਾ, ਸੁੱਖਾਂ ਦੇ ਧਾਮ ਨਾਲ ਲੈ ਕੇ ਤੁਰ ਪਏ। ਧਰਸਾਲ ਮੈਂ ਆਏ ਬਰਾਜੇ, ਧਰਮਸਾਲ ਜਾ ਕੇ ਬਿਰਾਜਮਾਨ ਹੋਏ। ਜੋ ਸਿੱਖਣ ਕੇ ਸਬਦ ਸੁਖ ਸਾਜੇ, ਜਿਹੜੇ ਸਤਿਗੁਰੂ ਸਿੱਖਾਂ ਨੂੰ ਸਾਰੇ ਸੁੱਖਾਂ ਦੇ ਨਾਲ, ਹਾਂਜੀ, ਛਾਜੇ, ਸੁੱਖਾਂ ਦੇ ਸਹਿਤ ਕਰ ਦਿੰਦੇ, ਸੁਭਾਏਮਨ ਕਰ ਦਿੰਦੇ ਹਨ। ਲੈਣੇ ਕੋ ਬਿਠਾਏ ਤੇ ਕਾਲਾ, ਭਾਈ ਲੈਣਾ ਜੀ ਨੂੰ ਉਸ ਵੇਲੇ ਕੋਲ ਬਹਾ ਲਿਆ। ਸੰਗਤ ਸਰਬ ਬੁਲਾਏ ਵਸਾਲਾ, ਬਹੁਤ ਸਾਰੀ ਸੰਗਤ ਕੋਲ ਬੁਲਾ ਲਈ। ਦੋਨੋਂ ਸੁਤ ਕੋ ਨਿਕਟ ਹਕਾਰਾ, ਦੋਨੋਂ ਪੁੱਤਰਾਂ ਨੂੰ ਕੋਲ ਬੁਲਾ ਲਿਆ। ਆਏ ਤਵੇ ਧਰਮਸਾਲ ਮਜਾਰਾ, ਉਸ ਵੇਲੇ ਧਰਮਸਾਲਾ ਜਾ ਗਿਆ। ਲੈਣੇ ਕੋ ਕਰਨਾ ਜੋ ਤੇਰਾ, ਭਾਈ ਲੈਣੇ ਜੀ ਨੂੰ ਮਿਹਰ ਦੀ ਨਜ਼ਰ ਨਾਲ ਦੇਖਿਆ। लिए 5 पैसे एक नलेरा, 5 पैसे लै ले तो एक नलेर ले लिया।
ਕੀਨ ਪ੍ਰਦਖਣਾ 3 ਚਫੇਰੇ 3 ਪ੍ਰਦਖਣਾ ਪ੍ਰਕਰਮਾਂ ਕੀਤੀਆਂ ਉਹਨਾਂ ਦੇ 4 ਚਫੇਰੇ ਕਰਤੇ ਧਰ ਕੇ ਭੇਟ ਅਗੇਰੇ ਆਪਣੇ ਹਸਤ ਕਮਲਾਂ ਨੇ ਭੇਟਾ ਅੱਗੇ ਧਰ ਦਿੱਤੀ ਹੱਥ ਜੋੜ ਕੇ ਸੀਸ ਨਵਾਇਓ ਹੱਥ ਜੋੜ ਕੇ ਸਿਰ ਚਗਾਇਆ ਲੈਣਾ ਪਿਖ ਡਰਿਓ ਬੇਸਮਾਇਓ ਭਾਈ ਲੈਣਾ ਹੀ ਦੇਖ ਕੇ ਡਰੇ ਹੈਰਾਨ ਹੋ ਗਿਆ ਔਰ ਵਿਚਾਰ ਵਿਪਰੀਤ ਮਹਾਨ ਆਪਣੇ ਮਨ 'ਚ ਇਹ ਗੱਲ ਵਿਚਾਰੀ ਇਹ ਉਲਟੀ ਰੀਤੀ ਕੀ ਕੀਤੀ ਤੇਸ਼ਨ ਇਹ ਵਿਦ ਵਚਨ ਮਖਾਨਾ ਉਸ ਵੇਲੇ ਉਹਨੇ ਇਸ ਤਰ੍ਹਾਂ ਵਚਨ ਕਿਹਾ ਕਿ ਮਹਾਰਾਜ ਤੁਸੀਂ ਸਤਿਗੁਰੂ ਮੇਰੇ ਦੁਆਲੇ ਪ੍ਰਕਰਮਾਂ ਕਰਦੇ ਆ ਪ੍ਰਕਰਮਾਂ ਕਰਨਾ ਤਾਂ ਮੇਰਾ ਫਰਜ਼ ਹੈ ਤੁਮ ਕਰਤਾਬ ਸਰਬ ਸਰਤਾਜਾ ਮੋਰੇ ਭੇਟਾ ਰੱਖ ਰਹੇ ਆਪ ਜੀ ਤਾਂ ਸਾਰਿਆਂ ਦੇ ਸਰਤਾਜ ਸ਼੍ਰੋਮਣੀ ਕਰਤੇ ਪੁਰਖ ਹੋ ਪਰਮ ਪਰਮੇਸ਼ਵਰ ਸ਼੍ਰੀ ਮਹਾਰਾਜਾ ਪਰਮ ਐਸ਼ਵਰ ਦੇ ਮਾਲਕ ਸ਼੍ਰੀ ਸ਼੍ਰੋਮਣੀ ਮਹਾਰਾਜ ਹੋ ਜਿਸ ਤਨ ਕੋ ਤੁਮਨੇ ਸਿਰ ਨਿਆਇਓ ਇਹ ਜਿਹੜੇ ਸ੍ਰੀ ਨੂੰ ਤੁਸੀਂ ਸੀਸ ਝੁਕਾਇਆ ਉਚਿਤ ਵੱਡੋ ਦੁੱਖ ਮੈਂ ਲਖ ਪਾਇਓ ਇਹ ਜੋਗ ਨਹੀਂ ਮੈਂ ਦੇਖ ਕੇ ਬੜਾ ਦੁੱਖ ਮਹਿਸੂਸ ਕੀਤਾ ਹੈ ਦੋਹਰਾ ਸੁਣ ਕੇ ਸ੍ਰੀ ਗੁਰੂ ਸਾਹਿਬ ਕਹਿਓ ਕਿਰਪਾ ਰਸੀਲੇ ਨੈਣ ਇਹ ਵਚਨ ਸੁਣ ਕੇ ਕਿਰਪਾ ਦੇ ਜਿਹੜੇ ਉਹਨਾਂ ਦੇ ਨੇਤਰ ਰਸ ਦੇ ਨਾਲੇ ਰਸੀਲੇ ਆ ਇਸ ਪ੍ਰਕਾਰ ਬੈਨ ਬਚਨ ਕਹੇ ਮਹਾਰਾਜ ਨੇ ਪੁਰਖਾ ਬਸ ਤੂਸ਼ਨ ਕਰੋ ਬੋਰ ਨਾ ਬੋਲੋ ਬੈਨ ਬਸ ਗੁਰਮੁਖੋ ਚੁੱਪ ਹੋ ਜਾਓ ਇਸ ਤੇ ਅੱਗੇ ਕੋਈ ਬਚਨ ਨਹੀਂ ਬੋਲਣਾ ਕਿਉਂ ਭਈ ਜੋ ਚਰੋ ਸੋ ਹੋਵੇ ਸਾਚੀ ਜੋ ਤੁਸੀਂ ਕਹੋਗੇ ਗੱਲ ਸੱਚੀ ਹੋਏਗੀ ਪੁਨਿਆਸ ਕਰੋ ਨਾ ਗਿਰਾਓ ਵਾਚੀ ਮੁੜ ਕੇ ਐਸੀ ਕੋਈ ਗੱਲ ਨਹੀਂ ਕਹਿਣੀ ਆਇਸ ਮਨੋ ਅਸਮਤ ਮੇਰੋ ਮੇਰੀ ਆਗਿਆ ਮੰਨੋ ਇਹੀ ਸਾਡਾ ਮਤ ਹੈ ਕਿਉਂਕਿ ਗੁਰੂ ਦੀ ਮਤ ਇਹੀ ਹੈ ਗੁਰੂ ਦੇ ਹੁਕਮ ਨੂੰ ਮੰਨਣਾ ਭਾਵ ਸਤਿ ਕੋ ਗੁਰ ਹਵੈ ਜਗ ਚੇਰੋ ਕਹਿੰਦੇ ਹੁਣ ਸਾਰੇ ਸੰਸਾਰ ਦੇ ਤੁਸੀਂ ਗੁਰੂ ਬਣ ਗਏ ਸਾਰਾ ਸੰਸਾਰ ਤੁਹਾਡਾ ਚੇਲਾ ਬਣ ਗਿਆ ਅੰਗਦ ਨਾ ਮਾਜ ਤੇ ਹੋਈ ਹੁਣ ਤੁਹਾਡਾ ਨਾ ਲੈਣਾ ਨਹੀਂ ਹੁਣ ਤੁਹਾਡਾ ਨਾ ਅੰਗਦ ਹੋ ਗਿਆ ਮੇਰੇ ਅੰਗ ਨਾਲ ਲੱਗ ਗਿਆ ਨਿਜ ਅੰਗਨ ਤੇ ਕੀਨੋਂ ਤੋਂ ਹੀ ਕਿਉਂਕਿ ਮੈਂ ਆਪਣੇ ਅੰਗਾਂ ਤੋਂ ਤੈਨੂੰ ਬਣਾਇਆ ਹੈ ਸਿਮਰਨ ਸਤਨਾਮ ਪ੍ਰਗਟਾਵੋ ਸਤਨਾਮ ਦਾ ਸਿਮਰਨ ਸੰਸਾਰ ਦੇ ਪ੍ਰਗਟ ਕਰੋ ਜਾਂ ਤਾਂ ਸਿੱਖੀ ਰੀਤ ਚਲਾਵੋ ਜਿੱਥੇ ਕਿਤੇ ਗੁਰ ਸਿੱਖੀ ਦੀ ਰੀਤੀ ਚਲਾਓ ਅਸ ਕੈ ਪ੍ਰਭ ਦਇਆ ਰੂਪ ਸੁਹਾਇਓ ਐਸਾ ਕਹਿ ਕੇ ਇਹ ਹੁਣ ਦੋਹਾਂ ਦਾ ਰੂਪ ਸੁਹਾਇਓ ਪ੍ਰਭੂ ਦਾ ਬਹੁਤ ਸੋਭਨੀਕ ਹੋਇਆ ਜਨ ਸ਼੍ਰੀ ਗੰਗ ਤਰੰਗ ਉਠਾਇਓ ਜਿਵੇਂ ਮਾਨੋ ਗੰਗਾ 'ਚ ਲਹਿਰਾਂ ਉੱਠਦੀਆਂ ਉਹ ਲਹਿਰਾਂ ਭਿੰਨ ਤਾਂ ਹੁੰਦੀਆਂ ਹੀ ਨਹੀਂ ਨਿੱਕੇ ਦਿਓ ਪ੍ਰਕਾਸ਼ ਵਸਾਲਾ ਹੁਣ ਤਾਂ ਬਹੁਤ ਸੁੰਦਰ ਜਿਹੜਾ ਪ੍ਰਕਾਸ਼ ਸੀ ਜਗਮਗਾ ਉੱਠਿਆ ਜਿਉਂ ਮਿਸਾਲ ਤੇ ਜਗੇ ਮਸਾਲਾ ਜਿਵੇਂ ਇੱਕ ਦੀਵੇ ਤੇ ਦੂਆ ਦੀਵਾ ਜਗਪੰਦਾ ਮਿਸਾਲ ਜਗਪੰਦੀ ਹੈ ਜਨ ਦੀਪਕ ਦੇ ਦੀਵੇ ਜਗਾਇਓ ਆਪਣੇ ਤੋਂ ਤਿਆਰ ਕਰਤਾ ਕਿਉਂ ਤੇਲ ਬੱਟੀ ਤਿਆਰ ਹੋਵੇ ਤੀਲੇ ਲਾਉਣੀ ਨਾ ਆਸ ਕੈ ਪ੍ਰਭ ਦਾ ਰੂਪ ਸੁਹਾਇਓ ਦੋਨੋਂ ਰੂਪ ਸ਼ੋਭਾ ਪਰ ਜਗ ਮੈਂ ਉਲਟੀ ਗੰਗ ਵਹਾਈ ਸੰਸਾਰ ਤੇ ਉਲਟੀ ਗੰਗਾ ਬਹਾਲਤੀ ਅੱਜ ਤੀ ਕਦੀ ਗੁਰੂ ਨੇ ਚੇਲੇ ਨੂੰ ਮੱਥਾ ਟੇਕਿਆ ਇਹ ਮਹਾਰਾਜ ਨੇ ਰੀਤੀ ਐਸੀ ਉੱਚ ਜੋਤ ਰੱਖ ਕੇ ਸਿੱਖ ਕੋ ਕਰ ਗੁਰ ਦੀ ਰਿਆਈ ਸਿੱਖ ਨੂੰ ਗੁਰੂ ਕਰਕੇ ਗੁਰਿਆਈ ਦੇ ਦਿੱਤੀ ਇਸ ਪ੍ਰਕਾਰ ਤੇ ਤਖਤ ਬਿਠਾਇਓ ਇਸ ਤਰ੍ਹਾਂ ਮਹਾਰਾਜ ਨੇ ਆਪਣੇ ਤਖਤ ਤੇ ਬਿਰਾਜਮਾਨ ਕੀਤਾ ਬਰੋ ਸਭ ਸੋ ਬਚਨ ਲਾਇਓ ਪੁਨः ਫਿਰ ਸਾਰਿਆਂ ਨੂੰ ਬਚਨ ਪਾਤਸ਼ਾਹ ਨੇ ਕਿਹਾ ਜੇ ਕੋ ਹੋਵੇ ਮੇਰੇ ਅਨੁਸਾਰੀ ਜੇ ਕੋ ਮੇਰੇ ਅਨੁਕੂਲ ਹੈ ਨਮੋ ਕਰੇ ਪਦ ਪਰ ਸਿਰ ਧਾਰੀ ਉਹ ਇਹਨਾਂ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕੋ ਮਮ ਸਰੂਪ ਕੋ ਜੈਸਾ ਜਾਣੇ ਜਿਵੇਂ ਮੇਰੇ ਸਰੂਪ ਨੂੰ ਜਾਣਦੇ ਆ ਤੇ ਇਸੇ ਮਨ ਮੰਨੇ ਉਸੇ ਤਰ੍ਹਾਂ ਆਪਣੇ ਮਨ 'ਚ ਇਹਨਾਂ ਨੂੰ ਮੰਨਣਾ ਕਰੋ ਸੁਣ ਰਜਾ ਸਤਿਗੁਰ ਕੀ ਤਬ ਹੀ ਇਹ ਆਗਿਆ ਸੁਣ ਕੇ ਪਾਤਸ਼ਾਹ ਦੀ ਬੁੱਢੇ ਦੇ ਆਦਿਕ ਸਿੱਖ ਸਭ ਹੀ ਬੁੱਢੇ ਆਦਿ ਕੋਲ ਲੈ ਕੇ ਜਿੰਨੇ ਵੀ ਗੁਰ ਸਿੱਖ ਸੀ ਰੁਖ ਬਲੋਕ ਕਾ ਦੋਖਨ ਕੰਦਨ ਸਤਿਗੁਰ ਸੱਚੇ ਪਾਤਸ਼ਾਹ ਦਾ ਰੁਖ ਹਾਂਜੀ ਉਹਨਾਂ ਦਾ ਇਹ ਸੁਭਾਅ ਦੇਖ ਕੇ ਤੇ ਦੁੱਖਾਂ ਨੂੰ ਜਿਹੜੇ ਕੱਟਣ ਵਾਲੇ ਹਨ ਉੱਠ ਤਤਕਾਲ ਕੀਨ ਸਭਨ ਸਾਰੇ ਉੱਠੇ ਤਾਂ ਕਿ ਨਮਸਕਾਰ ਕੀਤੀ ਮਹਾਰਾਜ ਨੂੰ ਜੋਗਲਾਤਮ ਜੂਠੇ ਨੂੰ ਕੋਈ ਦੋਹਾਂ ਪੁੱਤਰਾਂ ਜੋ ਕੋਈ ਨਹੀਂ ਉੱਠਿਆ ਬੈਠੇ ਰਹੇ ਮਾਨ ਪਰ ਸੋਈ ਬਸ ਆਪਣੇ ਮਾਨ ਦੇ ਵਿੱਚ ਹੀ ਬੈਠੇ ਰਹੇ ਸ਼੍ਰੀ ਵਰਤਨ ਕੋ ਗਿਰਾਗ ਅਲਾਈ ਪਾਤਸ਼ਾਹ ਨੂੰ ਬਾਣੀ ਕਹੀ ਤੂੰ ਵੀ ਉੱਠ ਬੰਦੋ ਸਿਰ ਨਿਆਈ ਤੁਸੀਂ ਵੀ ਉੱਠੋ ਸਿਰ ਝੁਕਾ ਕੇ ਮੱਥਾ ਟੇਕੋ ਕਹਿਤ ਪਏ ਦਾਸ ਤਿਹਾਰਾਂ ਕਹਿੰਦੇ ਤਾਂ ਤੁਹਾਡਾ ਦਾਸ ਹੈ ਹਮ ਸੁਤ ਊਰਦ ਪਦ ਅਧਿਕਾਰਾਂ ਅਸੀਂ ਤੇਰੇ ਪੁੱਤਰ ਊਰਦ ਉੱਚੇ ਪਦ ਵਾਲੇ ਹਾਂ ਸਾਡਾ ਅਧਿਕਾਰ ਉੱਚਾ ਹੈ ਕੈਸੇ ਬਨੇ ਬੰਦਨਾ ਕਰਨੀ ਇਹ ਸਾਡਾ ਸੇਵਕ ਸੀ ਇਹਨੂੰ ਮੱਥਾ ਟੇਕਣਾ ਕਿਵੇਂ ਬਣਦਾ ਹੈ ਹਮ ਤੇ ਕਰੀ ਨਾ ਜਾਇਆ ਕਰਨੀ ਇਹ ਨਾ ਕਰਨ ਵਾਲੀ ਗੱਲ ਸਾਤੋਂ ਨਹੀਂ ਹੋ ਸਕਦੀ ਹੈ ਇਹ ਕਹੇ ਆਪਣੇ ਸਦਨ ਸੁਧਾਰੇ ਇਹ ਗੱਲ ਕਹਿ ਕੇ ਆਪਣੇ ਘਰ ਚਲ ਗਿਆ ਪਿਤ ਕਰਤਾ ਕੁਛ ਰਿਦਣਾ ਧਾਰੇ ਆਪਣੇ ਪਿਤਾ ਦਾ ਜਿਹੜਾ ਕਰਤਵ ਸੀ ਉਹਨੂੰ ਮਨ 'ਚ ਨਾ ਧਾਰਿਆ ਮਹਿਮਾ ਲਾ ਕੇ ਕਹਿਓ ਨਾ ਮੰਨਿਓ ਔਰ ਮਹਿਮਾ ਦੇਖ ਕੇ ਵੀ ਪਾਤਸ਼ਾਹ ਦਾ ਕਿਹਾ ਨਹੀਂ ਮੰਨਿਆ ਤੇ ਸ਼੍ਰੀ ਗੁਰੂ ਕਹਨੋ ਖਾਨੋ ਪਾਤਸ਼ਾਹ ਨੇ ਉਸ ਵੇਲੇ ਕੋਈ ਬਚਨ ਨਹੀਂ ਕਿਹਾ ਬੈਠ ਗਏ ਅੰਗਦ ਸੰਗ ਬਚਨ ਫਿਰ ਕੋਲ ਬੈਠ ਕੇ ਤੇ ਸ਼੍ਰੀ ਗੁਰੂ ਅੰਗਦ ਸਾਹਿਬ ਨੂੰ ਬਚਨ ਕੀਤੇ
ਪਰਉਪਕਾਰ ਜਿਨੇ ਮਨ ਰਚਨਾ, ਜਿਨ੍ਹਾਂ ਦੇ ਮਨ 'ਚ ਪਰਉਪਕਾਰ ਕਰਨਾ ਹੀ ਸਦਾ ਰਚਿਆ ਰਹਿੰਦਾ, ਬਸਿਆ ਰਹਿੰਦਾ ਹੈ। ਅਬ ਤੁਮ ਜਗਤ ਉਦਾਹਰਨ ਕਰਨ, ਹੁਣੀ ਤੁਸੀਂ ਸੰਸਾਰ ਦੇ ਆਧਾਰ ਕਰਨ ਦਾ ਕਾਰਨ ਮੂਲ ਮੰਤਰ ਸ਼ੁਭ ਕਰੋ ਸੁਧਾਰਨ। ਜਿਹੜਾ ਮੂਲ ਮੰਤਰ ਹੈ ਇਹਨੂੰ ਧਾਰਨਾ ਕਰੋ। ਹਾਂਜੀ, ਸਾਰਿਆਂ ਦੇ ਹਿੱਤ ਵਾਲਾ ਜਿਹੜਾ ਮੂਲ ਮੰਤਰ ਸ੍ਰੇਸ਼ਟ ਹੈ, ਇਹਨੂੰ ਧਾਰਨ ਕਰੋ। ਸੁਧਾਰਨ ਮੈਨੇ ਧਾਰਨ ਕਰੋ। ਮਮ ਬਾਣੀ ਗੁਣ ਖਾਨੀ ਦੇਖਾ, ਹੈ ਗੁਣਾਂ ਦੀ ਖਾਨ। ਮੇਰੀ ਜਿਹੜੀ ਬਾਣੀ ਇਹ ਤੁਸੀਂ ਚੰਗੀ ਤਰ੍ਹਾਂ ਦੇਖੀ ਹੈ। ਲੀਜੈ ਬੀਨੇ ਬੀਨ ਵਿਸ਼ੇਖਾ, ਉਹਦੇ ਬਹੁਤ ਚੁਣ ਚੁਣ ਕੇ ਸਾਨੂੰ ਉਚਾਰਨ ਕਰਕੇ ਸ਼ਬਦ ਸੁਣਾਓ। ਹਮੇ ਸੁਣਾਵੋ ਜਾਓ ਚਾਰਾ, ਸਾਨੂੰ ਸੁਣਾਉਂਦੇ ਜਾਓ। ਬੰਦ ਮਰਜਾਦ ਕਰੋ ਪੁਕਾਰਾ, ਮਰਜਾਦਾ ਬਣ ਕੇ ਪਰਉਪਕਾਰ ਕਰਨਾ ਕਰੋ। ਹਮ ਤੇ ਜੋ ਜਨਮੇ ਪਛਾਤਾ, ਜਿਹੜਾ ਸਾਡੇ ਵਾ ਜਨਮ ਲੈਣ ਤਿੰਨ ਸਭ ਕੋ ਹੋਵੇਗਾ ਤਾਤਾ। ਕਹਿੰਦੇ ਜਿਹੜੀ ਗੁਰਬਾਣੀ ਇਹ ਮੁਕਤੀ ਦਾਤਾ ਹੋਏਗੀ, ਸਾਡੇ ਸਰੀਰ ਤੋਂ ਬਾਅਦ ਵੀ ਸਾਰਿਆਂ ਦੀ ਕਲਿਆਣ ਕਰੇਗੀ। ਜਿਉਂ ਜਹਾਜ਼ ਚੜ੍ਹ ਸਾਗਰ ਤਰਹੀ, ਜਿਵੇਂ ਜਹਾਜ਼ 'ਤੇ ਚੜ੍ਹ ਕੇ ਸਮੁੰਦਰ ਤੋਂ ਤਰ ਜਾਈਦਾ, ਤਿਉਂ ਤੇ ਪੜ੍ਹ ਸੰਸਾਰ ਉਧਾਰੀ। ਜਿਹੜਾ ਜਪਜੀ ਸਾਹਿਬ ਬਾਣੀ ਪੜ੍ਹੇਗਾ ਉਹ ਸੰਸਾਰ ਤੋਂ ਉਹਦਾ ਆਧਾਰ ਹੋ ਜਾਏਗਾ। ਸੁਣ ਸ਼੍ਰੀ ਅੰਗਦ ਬੰਦਨ ਠਾਨੀ, ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਨੇ ਬਚਨ ਸੁਣ ਕੇ ਨਮਸਕਾਰ ਕੀਤੀ। ਬੀਨ ਬੀਨ ਨੀਕੇ ਗੁਰਬਾਨੀ, ਚੰਗੀ ਤਰ੍ਹਾਂ ਬਾਣੀ ਜਿਹੜੀ ਚੁਣ ਚੁਣ ਕੇ ਆਨ ਸੁਨਾਵਨ ਕੀਨ ਸੁਹਾਨੀ। ਫਿਰ ਪਾਤਸ਼ਾਹ ਨੂੰ ਆ ਕੇ ਸੁਣਾਉਣ ਲੱਗੇ। ਤਬ ਜਪ ਨਾਮ ਧਰਿਓ ਗੁਣ ਖਾਨੀ, ਪਾਤਸ਼ਾਹ ਨੇ ਦਾ ਨਾਂ ਜਪ ਰੱਖਿਆ ਗੁਣਾਂ ਦੀ ਖਾਣ ਨੇ। ਜੀ ਤੇ ਸਾਹਿਬਾ ਪਾਦ ਵਲੇ ਲਾ ਗਿਆ ਤੇ ਨਾਂ ਜਪੇ ਹੈ। ਸ਼੍ਰੀ ਮੁਕਤੇ ਮਹਿਮਾ ਪੁਨ ਪਾਖੀ, ਫਿਰ ਆਪਣੇ ਮਖਾਰ ਬਿਨ ਤੂੰ ਮਹਿਮਾ ਕਹੀ। ਜੋ ਨਰ ਹੈ ਸਿੱਖੀ ਵਲਾਖੀ, ਜਿਹੜਾ ਪੁਰ ਸਿੱਖੀ ਦਾ ਚਾਹਵਾਨ ਹੋਵੇਗਾ ਨਿਸਮੇ ਉੱਠੇ ਕਰੇ ਇਸ਼ਨਾਨਾ, ਰਾਤ ਨੂੰ ਉੱਠੇ ਇਸ਼ਨਾਨ ਕਰੇ। ਜਪ ਪੜ੍ਹਾ ਇੱਕ ਚਿੱਤ ਸਾਵਧਾਨਾ, ਸ੍ਰੀ ਜਪਜੀ ਸਾਹਿਬ ਦਾ ਇੱਕ ਚਿੱਤ ਹੋ ਕੇ ਸਾਵਧਾਨ ਹੋ ਕੇ ਜਾਪ ਕਰੇ। ਅਰਥ ਵਿਚਾਰ ਕਰੇ ਔਰ ਮਾਹੀ, ਜਿਹੜਾ ਮਨ 'ਚ ਇਹਦੇ ਅਰਥ ਨੂੰ ਵਿਚਾਰੇਗਾ ਮੁਕਤ ਹੋਏ ਸੋ ਸੰਸ਼ੈ ਨਾਹੀਂ। ਕਹਿੰਦੇ ਮੁਕਤ ਹੋ ਜਾਏਗਾ, ਕੋਈ ਸੰਸ਼ਾ ਨਹੀਂ। ਜਪਜੀ ਸੇਵਨ ਪ੍ਰੀਤ ਜੋ ਜਾਹੀ, ਕਹਿੰਦੇ ਜਪਜੀ ਸਾਹਿਬ ਸੇਵਨ ਦੀ ਜਾਪ ਕਰਨ ਦੀ ਜਿਹਨਾਂ ਵਿੱਚ ਪ੍ਰੀਤੀ ਹੋਏਗੀ, ਮਮ ਸਿੰਘ ਪ੍ਰਾਪਤ ਹੋਏ ਤਾਂ ਹੀ ਉਹ ਮੇਰੇ ਕੋਲ ਪ੍ਰਾਪਤ ਹੋ ਜਾਏਗਾ। ਤਰੇ ਕਾਮਨਾ ਪੜ੍ਹ ਇੱਕ ਮਨ, ਜਿਹੜਾ ਮਨ ਨੂੰ ਇਕਾਗਰ ਕਰਕੇ ਫੁਰਨੇ ਨਾਲ ਪੜ੍ਹੇਗਾ, ਇਹਨੂੰ ਜੋ ਕਾਮਨਾ ਧਾਰੇਗਾ ਹੋਏ ਸਪੂਰਨ ਤੇ ਕੀ ਤਤਸ਼ਨ, ਉਹਦੀਆਂ ਸਾਰੀਆਂ ਕਾਮਨਾ ਤਤਸ਼ਨ ਸ਼ੀਘਰ ਪੂਰੀਆਂ ਹੋ ਜਾਣਗੀਆਂ। ਜੰਤਰ ਮੰਤਰ ਪੁੰਤੰਤਰ ਮਹਾਨ, ਜੰਤਰ ਮੰਤਰ ਤੰਤਰ ਇਹ ਸਾਰਾ ਮਹਾਨ ਇਹਦੇ ਵਿੱਚ। ਭੂਤੀਏ ਪ੍ਰੇਤ ਦੈਂਤ ਬਲਵਾਨਾ, ਭੂਤ ਆ ਪ੍ਰੇਤ ਆ ਦੈਂਤ ਬਲ ਵਾਲੇ ਤੇ ਸਮੀਪ ਨੇ ਆਵੇ ਕੋਈ। ਜਿੱਥੇ ਜਪਜੀ ਸਾਹਿਬ ਪੜ੍ਹਦੇ ਉਹਦੇ ਨੇੜੇ ਕੋਈ ਇਹ ਨਹੀਂ ਆਵੇਗਾ। ਪਠਨ ਪੀਰ ਨਿਰਤ ਨਾਰਜੇ ਹੋਈ, ਜਿਹੜਾ ਪੁਰਸ਼ ਹਮੇਸ਼ਾ ਇਹਦਾ ਪਾਠ ਕਰੇਗਾ ਮਾਨੁਖ ਦੇ ਜੀਵ ਜਨ ਪਾਈ। ਜਿਨ ਜੀਵ ਨੇ ਮਨੁੱਖ ਦੇ ਧਾਰੀ ਹੈ, ਜਪਹੀਨ ਹੈ ਬਾਦ ਹੋਏ। ਜੇ ਜਪਜੀ ਨੇ ਸਭ ਪੜ੍ਹਦਾ ਸਮਝੋ ਵਿਅਰਥ ਗਵਾ ਲਈ। ਸਿੱਖਣ ਯੋਗ ਮੰਤਰ ਗੁਰ ਕੇਰਾ, ਇਹ ਸਿੱਖਾਂ ਵਾਸਤੇ ਗੁਰੂ ਦਾ ਮੰਤਰ ਬੜਾ ਸ੍ਰੇਸ਼ਟ ਯੋਗ ਹੈ। ਇਹ ਤੁਧ ਨਿਤ ਸੁਖ ਦੇਤ ਕਨੇਰਾ, ਇਹ ਐਸ ਲੋਕ ਅਗਲੇ ਲੋਕ ਬੜਾ ਸੁਖ ਦਿੰਦਾ ਹੈ। ਹੋਏ ਸਿੱਖ ਜਪ ਕੰਠ ਨਾ ਕੀਨੂ, ਜਿਹੜਾ ਸਿੱਖ ਕਹਾਉਂਦਾ ਸ੍ਰੀ ਜਪਜੀ ਸਾਹਿਬ ਮੂੰਹ ਜਵਾਨੀ ਚੇਤੇ ਨਹੀਂ ਕੀਤਾ। ਨਾਉ ਤਰੀਕ ਵੇਖ ਤਰ ਲੈਨੂੰ, ਉਹ ਐਵੇਂ ਨਾਮ ਤਰੀਕ ਸਿੱਖ ਹੈ ਕਿ ਸਿੱਖੀ ਦਾ ਪਰਾਵਾ ਹੀ ਧਾਰਿਆ ਹੈ। ਉਹ ਸਿੱਖ ਨਹੀਂ, ਇਸ ਤੇ ਔਰ ਨਾ ਕੋ ਵਿਧ ਉੱਚੀ, ਇਹਦੇ ਨਾਲ ਹੋਰ ਕੋਈ ਵਿਧੀ ਮਰਜ਼ਾਦਾ ਉੱਚੀ ਨਹੀਂ। ਜਪ ਸੇਵਨ ਇੱਕ ਮਨ ਹੋਏ ਸੂਚੀ, ਜਪਜੀ ਸਾਹਿਬ ਦਾ ਸੇਵਨ ਕਰਨਾ ਮਨ ਇਕਾਗਰ ਕਰਕੇ ਸੂਚੀ ਦੇ ਕਰਕੇ ਇਸ਼ਨਾਨ ਕਰਕੇ ਕਰਨਾ ਚਾਹੀਦਾ ਜਾਪ। ਕਾਮ ਤਿੰਨ ਚਿੰਤਾ ਮਨ ਸੁਰਤ, ਕਾਮ ਤਿੰਨ ਚਿੰਤਾ ਮਣੀ ਸੁਰਤਰ ਪਾਰ ਜਾਦਰਾ, ਕਰ ਨਾ ਸਕੈ ਆਦ ਤਿਲ ਸਮਸ। ਅੱਧੇ ਤਿਲ ਬਰਾਬਰ ਵੀ ਜਪਜੀ ਸਾਹਿਬ ਦੇ ਬਰਾਬਰ ਇਹ ਕੋਈ ਕੰਮ ਨਹੀਂ ਕਰ ਸਕਦਾ, ਉਹਦੇ ਬਰਾਬਰ। ਦੋਹਰਾ ਮਹਿਮਾ ਬਰਨੀ ਆਲਮ ਮੈਂ ਕਹਿਣਾ ਜਾਏ ਮਤਮੰਦ, ਇਹ ਥੋੜ੍ਹੀ ਮਹਿਮਾ ਕਰਕੇ ਦੱਸੀ ਹੈ। ਥੋੜ੍ਹੀ ਮੱਤ ਵਾਲੇ ਪਾਸੋਂ ਇਹ ਕਹੀ ਵੀ ਨਹੀਂ ਜਾ ਸਕਦੀ। ਇਹਦੀ ਮਹਿਮਾ ਬਹੁਤ ਮਹਾਨ ਹੈ। ਕਵੀ ਜੀ ਕਹਿ ਰਹੇ ਉੱਚਾ ਗਾਦਾ ਕਥ ਹੈ ਸੋ ਜਪਜੀ ਸੋ ਕੰਦ, ਇਹ ਬਹੁਤ ਉੱਚੀ ਅਥਾਹ ਆ, ਅਕਥਨੀय ਆ, ਅਗਾਧ ਆ, ਇਹਦੀ ਥਾਂ ਨਹੀਂ ਕੋਈ ਵੀ, ਬੜੀ ਡੂੰਘੀ ਹੈ। ਇਹ ਜਿਹੜੀ ਜਪਜੀ ਹੈ ਇਹ ਜਪਜੀ ਸੁੱਖਾਂ ਦੇ ਹਾਂਜੀ ਦੇਣ ਵਾਲਾ ਹੈ। ਇਹ ਸੁੱਖਾਂ ਦੇ ਦਾਤੇ ਦੀ ਬਾਣੀ ਹੈ, ਸੁੱਖ ਦੇਣ ਵਾਲੀ ਬਾਣੀ ਹੈ। ਚੌਪੇ ਮਨ ਮੂਰਖ ਨਿਤ ਪਰ ਜਪ ਸੇਵ, ਇਹ ਮੂਰਖ ਮਨਾ ਕਵੀ ਜੀ ਦੱਸ ਰਿਹਾ ਨਿਤ ਇਹਦੀ ਸੇਵਾ ਕਰੋ। ਜੇ ਕੋ ਚਾਹੇ ਮੁਨ ਜਨ ਦੇ ਮੁਨੀ ਜਨ ਦੇਵ ਤੇ ਮਨੁੱਖ ਦੇਹ ਪ੍ਰਾਪਤ ਕਰਨਾ ਚਾਹੁੰਦੇ ਆ ਮਨੁੱਖ ਦੇ, ਕਿਤਵਦ ਹੋਵੇ ਮਨੁੱਖ ਦੇ, ਕਿਸ ਤਰ੍ਹਾਂ ਸਾਡੀ ਮਨੁੱਖ ਦੇ ਬਣ ਜਾ ਦੇਵਤੇ ਵੀ ਲੋਚਦੇ ਆ। ਸ਼੍ਰੀ ਨਾਨਕ ਸਿੱਖੀ ਮੰਗ ਲਈ, ਧੰਨ ਗੁਰੂ ਨਾਨਕ ਸਾਹਿਬ ਦੀ ਸਿੱਖੀ ਪੰਥ ਦਾ ਰਸਤਾ ਧਾਰਨ ਕਰ ਲਈਏ। ਜਪਜੀ ਸੇਵ ਕਟੈ ਜਮ ਫਾਸੀ,
जपजी साहिब का जिहड़ा सेवन करन वाला, ग्रहण करन वाला, जपण वाला, जमां दी फांसी कट्टी जाती। बौर मिले पदवी उनासी, फिर इनू अविनाशी नास तो रहत पदवी उस पुरुष नूं मिल जाती है। असंजोग चाहत है सोई, जे कोई ऐसा संजोग प्राप्त करना चाहुंदा, तुम कहो तो सब प्राप्त हो। कहंदे वो सारा कुछ पहले ही तुहानूं प्राप्त है, ये मनुख दे तैनूं पहले ही मिली हुई है। इस वास्ते कवि कहंदा तैनूं तो मनुष्य दे मिली है। हाँ जी, जे ऐसा संजोग कोई चाहुंदा मैनूं मनुष्य दे मिले, वो तो देवते लोचदे आ। तैनूं तां अगे कहंदे प्राप्त है, फिर ढिल क्यों करदा? बार बार क्या कहूँ बनाई, कहंदे बार बार ये गल्लां बना के क्यों कहिए? है अब अंत समा दुख है, हुण तां अंत समा बड़ा दुखदा है। तेशन पछतावे मल हथ, कहंदे फिर उसन पछतावेगा तो हथ मलेगा, तो मनुष्य दे भी मिली एवं गुआ ली। हम क्यों खोयो जन्म का था, ये अपना जन्म असीं व्यर्थ क्यों गुआ लिया। नरतन दुर्लभ एक यह पायो, ये नरतन बड़ा दुर्लभ आ, ਉਹਦੀ ਕਿਰਪਾ ਨੇ ਇੱਕ ਵਾਰ ਹੀ ਪਾਇਆ। ਹੁਣ ਸਤਿਗੁਰ ਸੇਖ ਭੇਖ ਬਣਾਇਓ, ਫਿਰ ਸਤਿਗੁਰ ਸੇਖ ਹੋਣ ਦਾ ਪਰਾਵਾ ਧਾਰਿਆ, ਸਿੱਖੀ ਦਾ ਭੇਸ ਬਣਾਇਆ। ਤੀਜੋ ਕਲਯੁਗ ਹੋਇਆ ਕਾਲਾ, ਤੀਜਾ ਕਲਯੁਗ ਦਾ ਸਮਾਂ, ਥੋੜੀ ਸੇਵਾ ਮੈਂ ਹੋਏ ਦਿਆਲਾ, ਥੋੜੀ ਸੇਵਾ 'ਚ ਮਹਾਰਾਜ ਦਿਆਲੂ ਹੋ ਜਾਂਦੇ। ਇਸ ਸਮੇਂ ਤੇ ਜੋ ਚੁੱਕ ਜਾਈ, ਕਹਿੰਦੇ ਜਿਹੜਾ ਇਸ ਸਮੇਂ ਤੋਂ ਚੁੱਕ ਜਾਏਗਾ, ਚੜ੍ਹ ਕਰ ਮੇਰ ਸੱਤ ਲਪਾਈ। ਫਿਰ ਜਿਵੇਂ ਸਵੇਰ ਪਰਬਤ ਚੜ੍ਹ ਕੇ ਪਤਾਲ 'ਚ ਡਿੱਗ ਪਿਆ ਨਾ, ਧੱਕੇ ਖਾਂਦਾ, ਗਿੱਟੇ ਤੜਾਉਂਦਾ, ਉਹ ਹਾਲਤ ਬਣ ਜਾਂਦੀ ਹੈ। ਜਪਜੀ ਕੰਠ ਨੇਤਾ ਪ੍ਰਗਟ ਹੈ, ਜਿਹਨੂੰ ਜਪਜੀ ਸਾਹਿਬ ਦੀ ਬਾਣੀ ਕੰਠ ਮੂੰਹ ਜਵਨ ਚੇਤੇ ਆ, ਉਹ ਨੇਤਾ ਪਤੀ ਫਿਰਦਾ ਤੁਰਦਾ ਹਰ ਵੇਲੇ ਪੜ੍ਹਦਾ ਰਹੇ, ਬਾਣੀ ਕਦੀ ਛੱਡੇ ਨਾ। ਇਹਦਾ ਰਾਟ ਕੇ ਰਟੇ ਪਾਠ ਕਰੇ, ਜਨਮ ਜਨਮ ਕੇ ਕਲਮ ਕੱਟੇ, ਜਨਮ ਜਨਮ ਦੇ ਕਲਮ ਪਾਪ ਕੱਟੇ ਜਾਂਦੇ। ਸਨੇ ਸਨ ਮਨ ਨਿਰਮਲ ਹੋਏ, ਫਿਰ ਹੌਲੀ ਹੌਲੀ ਮਨ ਪਵਿੱਤਰ ਹੋ ਜਾਂਦਾ। ਗਤ ਪਾਵੇ ਪਵ ਬੰਧਨ ਖੋਏ, ਗਤ ਕਲਿਆਣ ਪਾ ਲੈਂਦਾ, ਸੰਸਾਰ ਦੇ ਬੰਧਨ ਨਾਸ ਹੋ ਜਾਂਦੇ ਹਨ। ਸ਼ਬਦ ਅਭਿਆਸ ਕੀਓ ਨਰ ਜਾਹੀ, ਜਿਨ੍ਹਾਂ ਪੁਰਸ਼ਾਂ ਨੇ ਸ਼ਬਦ ਦਾ ਅਭਿਆਸ ਕੀਤਾ ਹੈ, ਹਰੇ ਉਹਨਾਂ ਕਾਰਨੋਂ ਕ੍ਰਿਤ ਕਸ਼ਤਾ ਹੀ, ਉਹਨਾਂ ਦੇ ਕਰਨ ਵਾਸਤੇ ਕੋਈ ਕੰਮ ਨਹੀਂ ਰਹਿ ਜਾਂਦਾ, ਭਾਵਨ ਸਾਰੇ ਕੰਮ ਕਰ ਲੈ। ਜਿਨ੍ਹਾਂ ਨੇ ਜਪਜੀ ਸਾਹਿਬ ਪੜ੍ਹਿਆ, ਮੂਲ ਮੰਤਰ ਗੁਰੂ ਮੰਤਰ ਦਾ ਅਭਿਆਸ ਕੀਤਾ ਤਥਾ ਹੋਰ ਬਾਣੀਆਂ ਸ਼ਾਮ ਦੀਆਂ ਕੀਤੀਆਂ, ਔਰ ਉਹਨਾਂ ਨੂੰ ਮਹਾਰਾਜ ਮਹਾਨ ਬਖਸ਼ਾਂ ਕਰਦੇ ਹਨ। ਇਹ ਸ੍ਰੀ ਗੁਰੂ ਨਾਨਕ ਗ੍ਰੰਥੇ ਉਤਰਾਦੇ ਸ੍ਰੀ ਗੁਰੂ ਅੰਗਦ ਜੀ ਤਖਤ 3 ਪ੍ਰਸੰਗ ਵਰਣਨ ਨਾਮ 52ਵਾਂ ਅਧਿਆਇ ਸੰਪੂਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।